ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਗੋਂਡ ਬਾਣੀ ਰਵਿਦਾਸ ਜੀਓ ਕੀ। ਘਰ ਦੂਜਾ ਮੁਕੰਦ ਮੁਕੰਦ ਜਪੋ ਸੰਸਾਰ। ਬਿਨ ਮੁਕੰਦ ਤਨ ਹੋਏ ਔਹਾਰ। ਮੁਕੰਦ ਮੁਕੰਦ ਜਪੋ ਸੰਸਾਰ। ਬਿਨ ਮੁਕੰਦ ਤਨ ਹੋਏ ਔਹਾਰ। ਸੋਈ ਮੁਕੰਦ ਮੁਕਤ ਕਾ ਦਾਤਾ। ਸੋਈ ਮੁਕੰਦ ਹਮਰਾ ਪਿਤ ਮਾਤਾ। ਜੀਵਤ ਮੁਕੰਦੇ ਮਰਤ ਮੁਕੰਦੇ। ਤਾਂ ਕੇ ਸੇਵਕ ਕੋ ਸਦਾ ਆਨੰਦੇ। ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਣ। ਜਪ ਮੁਕੰਦ ਮਸਤਕ ਨੀਸ਼ਾਨ। ਸੇਵ ਮੁਕੰਦ ਕਰੈ ਬੈਰਾਗੀ। ਸੋਈ ਮੁਕੰਦ ਦੁਰਬਲ ਧਨ ਲਾਦੀ। ਏਕ ਮੁਕੰਦ ਕਰੈ ਉਪਕਾਰ। ਹਮਰਾ ਕਹਾ ਕਰੈ ਸੰਸਾਰ। ਮੇਟੀ ਜਾਤ ਹੁਏ ਦਰਬਾਰ। ਤੁਹੀ ਮੁਕੰਦ ਜੋਗ ਜੁਗਤਾਰ। ਉਪਜਿਓ ਗਿਆਨ ਹੁਆ ਪ੍ਰਗਾਸ। ਕਰ ਕਿਰਪਾ ਲੀਨੇ ਕੀਟ ਦਾਸ। ਕੋ ਰਵਿਦਾਸ ਅਬ ਤ੍ਰਿਸ਼ਨਾ ਚੁਕੀ। ਜਪ ਮੁਕੰਦ ਸੇਵਾ ਤਾਹੂ ਕੀ। ਉਪਜਿਓ ਗਿਆਨ ਹੁਆ ਪ੍ਰਗਾਸ। ਕਰ ਕਿਰਪਾ ਲੀਨੇ ਕੀਟ ਦਾਸ। ਕੋ ਰਵਿਦਾਸ ਅਬ ਤ੍ਰਿਸ਼ਨਾ ਚੁਕੀ। ਜਪ ਮੁਕੰਦ ਸੇਵਾ ਤਾਹੂ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਪਰਮ ਸਨਮਾਨਯੋਗ
ਜੁਗੋ ਜੁਗ ਅਟਲ ਚਬਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹਿਤ। ਸੋ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਸਥਾਨ ਤੇ ਬਿਰਾਜਮਾਨ ਉਹ ਯਾਤਰਾ ਕਰ ਰਹੀ ਬਹੁਤ ਹੀ ਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਔਰ ਉਦਮ ਕਰਦਿਆਂ ਹੋਇਆਂ ਆਪ ਜੀ ਗੁਰੂ ਚਰਨਾਂ ਵਿੱਚ ਪਹੁੰਚੇ ਹੋ। ਹਜ਼ੂਰ ਨੇ ਪ੍ਰੇਰਨਾ ਵੀ ਕੀਤੀ ਹੈ, ਉਦਮ ਕਰੇਂਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਦੁਨਿਆਵੀ ਪੱਖੋਂ ਕੋਈ ਜਿੰਨਾ ਉਦਮ ਕਰ ਲਵੇ ਉਹਨਾਂ ਦੁਨਿਆਵੀ ਧਨ ਦੀ ਚਿੰਤਾ ਮੁੱਕ ਜਾਂਦੀ ਹੈ, ਕਮਾਈ ਹੋਣ ਲੱਗ ਪੈਂਦੀ ਹੈ। ਪੰਜਾਬੀ ਦਾ ਅਖਾਣ ਹੈ, ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ। ਜਿਹੜੇ ਉਦਮੀ ਨੇ ਉਹ ਕੋਈ ਨਾ ਕੋਈ ਆਰ ਪਾਰ ਕਰ ਲੈਂਦੇ ਨੇ, ਭਾਵੇਂ ਉਹ ਮਾਨਸਿਕ ਤੌਰ ਤੇ ਉਦਮ ਹੋਵੇ, ਭਾਵੇਂ ਉਹ ਸਰੀਰਕ ਤੌਰ ਤੇ ਉਦਮ ਹੋਵੇ। ਆਲਸੀ ਜਿਹੜੇ ਨੇ ਉਹ ਰਹਿ ਜਾਂਦੇ ਨੇ। ਜਿੱਥੇ ਉਦਮ ਕਰੇਂਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਚ, ਕਮਾਈ ਕਰ ਫਿਰ ਉਹਨੂੰ ਸੁਖ ਨਾਲ ਪੁੰਚ ਮਾਣ ਆਨੰਦ ਕਰ। ਉੱਥੇ ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਹੁਣ ਤੇਰੀ ਚਿੰਤਾ ਲੈ ਗਈ, ਤੇਰਾ ਲੋਕ ਵੀ ਸੁਖੀ ਤੇ ਪਰਲੋਕ ਵੀ ਸਹੇਲਾ। ਸੋ ਵਡਭਾਗੇ ਹੋ ਭਾਈ। ਮੈਂ ਵੇਖਿਆ ਸੰਗਤ ਜੀ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰਿਆਂ ਦੀ ਹਾਜ਼ਰੀ ਭਰਦੇ ਨੇ ਔਰ ਨਾਲ ਨਾਲ ਕੋਈ ਦੁਕਾਨ ਕੋਈ ਬਿਜ਼ਨਸ ਕਰਦੇ ਨੇ, ਉਹ ਆਪਣੇ ਸੱਜੇ ਖੱਬੇ ਵਾਲਿਆਂ ਨਾਲੋਂ ਬਿਜ਼ਨਸ ਵੀ ਚੰਗਾ ਕਰ ਲੈਂਦੇ ਨੇ। ਆਲਸ ਨਹੀਂ ਨਾ ਹੁੰਦਾ। ਹੁਣ ਉੱਠੇ ਆ, ਘਰ ਆਏ ਆ, ਬ੍ਰੇਕਫਾਸਟ ਕੀਤਾ, ਚਲੋ ਕੰਮ ਤੇ ਚੱਲਦੇ ਆ, ਦੁਕਾਨ ਖੋਲ੍ਹਣੇ ਆ, ਕਾਰੋਬਾਰ ਸ਼ੁਰੂ ਕਰਨੇ ਆ। ਔਰ ਜਿਹੜੇ ਆਲਸੀ ਨੇ ਕਈ ਵਾਰਾਂ ਜਾਂਦੇ ਆ 10-10 11-11 12-12 ਵੀ ਵੱਜ ਜਾਂਦੇ ਨੇ। ਤਾਂ ਉਦਮੀ ਹਰ ਇੱਕ ਐਂਗਲ ਤੋਂ ਵਧੀਆ ਰਹਿ ਜਾਂਦਾ ਹੈ। ਤੋ ਸਤਿਗੁਰੂ ਨੇ ਮਹਾਨ ਬਖਸ਼ਿਸ਼ ਕੀਤੀ। ਗੁਰਮੁਖ ਪਿਆਰਿਆਂ ਨੇ ਬਹੁਤ ਹੀ ਮਨੋਹਰ ਸ਼ਬਦ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਣੀ ਭ੍ਰਮ ਕੀ ਟਾਟੀ, ਰਹਿ ਨ ਮਾਇਆ ਬਾਂਧੀ, ਦੋ ਚਿੱਤੇ ਕੀ ਦੋਇ ਥੂਨ ਗਿਰਾਨੀ, ਮੋਹ ਬਲੇਂਡਾ ਟੂਟਾ, ਤ੍ਰਿਸ਼ਨਾ ਸ਼ਾਨ ਪਰੀ ਧਰ ਊਪਰ, ਦੁਰਮਤ ਭਾਂਡਾ ਫੂਟਾ, ਆਂਧੀ ਪਾਛੈ ਜੋ ਜਲ ਬਰਖੈ, ਤੇ ਤੇਰਾ ਜਨ ਬੀਨਾ, ਕਹੋ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਉਹ ਭਾਈ ਇਕਬਾਲ ਸਿੰਘ ਹੋਰਾਂ ਦੀ ਯਾਦ ਦਵਾ ਦਿੱਤੀ। ਉਹਨਾਂ ਦੀ ਇਹ ਤਿਆਰ ਕੀਤੀ ਹੋਈ ਰੀਤ ਹੈ। ਕਿਸੇ ਜ਼ਮਾਨੇ ਉਹ ਇੱਥੇ ਮਾਡਲ ਟਾਊਨ ਐਕਸਟੈਂਸ਼ਨ ਕੀਰਤਨ ਦੀ ਸੇਵਾ ਕਰਦੇ ਹੁੰਦੇ ਸਨ। ਫਿਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵੀ ਚਲੇ ਗਏ ਸਨ। ਫਿਰ ਅੰਜਲ ਨੱਕ ਨੱਥ ਖਸਮ ਹੱਥ ਅਧੀਨ ਅਮਰੀਕਾ ਜਾ ਕੇ ਸੈੱਟ ਹੋ ਗਏ। ਤੋ ਬੜੀ ਸੋਹਣੀ ਰੀਤ, ਬੜਾ ਹੀ ਸੁੰਦਰ ਵਾਤਾਵਰਨ ਗੁਰਮੁਖ ਪਿਆਰਿਆਂ ਨੇ ਇਹ ਸਿਰਜਿਆ ਸੀ। ਮੈਨੂੰ ਇੱਕ ਵਾਰ ਗੁਰਦੁਆਰਾ ਮਾਡਲ ਟਾਊਨ ਐਕਸਟੈਂਸ਼ਨ ਕਥਾ ਦਰਬਾਰ ਰੱਖਿਆ ਸੀ। ਮੈਂ ਨਵਾਂ ਇੱਥੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿੱਚ ਆਇਆ ਸਾਂ ਅਤੇ ਉੱਥੇ ਕਥਾ ਦਰਬਾਰ ਵਿੱਚ ਉਹਨਾਂ ਸੱਦਿਆ ਸੀ। ਤਾਂ 5 ਕਥਾਵਾਚਕ ਸਿੰਘ ਸੱਦੇ ਸਨ। ਤਾਂ ਜਦੋਂ ਚਾਹ ਪਾਣੀ ਛਕ ਕੇ ਸਾਰੇ ਇਕੱਠੇ ਅੰਦਰ ਗਏ ਤਾਂ ਹੈ ਤੇ ਆਤਮਿਕ ਅਵਸਥਾ ਦੀ ਗੱਲ, ਅੰਦਰ ਗਿਆਨ ਦੀ ਇੱਕ ਹਨੇਰੀ ਆਉਂਦੀ ਹੈ, ਪਰ ਉਹਨਾਂ ਨੇ ਉਹਨੂੰ ਆਪਣੇ ਢੰਗ ਨਾਲ ਜਿਵੇਂ ਹੀ ਉਹ ਅੰਦਰ ਪ੍ਰਵੇਸ਼ ਹੋਏ ਤੇ ਉਹਨਾਂ ਨੇ ਇਹ ਸ਼ਬਦ ਲਾ ਦਿੱਤਾ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਵਾਕਈ ਉਹਦੇ ਵਿੱਚ ਗਿਆਨ ਦੀ ਆਂਧੀ ਵਾਲੇ ਸਿੰਘ ਵੀ ਹੈਗੇ ਸਨ। ਸੋ ਭਾਗਾਂ ਵਾਲਿਆਂ ਨੇ ਉਹ ਸੁੰਦਰ ਸ਼ਬਦ ਸੁਣਿਆ। ਸੋ ਮਹਾਰਾਜ ਆਪ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ
ਭੇਟਾਵਾਂ ਆਪਣੇ ਦਰ ਪ੍ਰਵਾਨ ਕਰਨ। ਸਭਨਾਂ ਨੂੰ ਦਰੋਂ ਕਰੋ ਨਾਮਦਾਨ। ਗੁਰਸਿੱਖੀ ਜੀਵਨ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ। ਬਾਣੀ ਪੜ੍ਹਨ ਸੁਣਨ ਕੰਠ ਕਰਨ ਦਾ ਵੀ ਚਾਅ ਬਖਸ਼ਣ। ਇਸੇ ਪ੍ਰਕਾਰ ਅਸੀਂ ਸਾਰੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣਦੇ ਰਹੀਏ। ਸੋ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਵੀ ਬਾਬਾ ਰਵਿਦਾਸ ਜੀ ਦੇ ਆਗਮਨ ਦਿਵਸ ਨੂੰ ਮੁੱਖ ਰੱਖਦਿਆਂ ਜੋ ਭਗਤ ਕਬੀਰ ਸਾਹਿਬ ਜੀ ਦੇ ਬਾਬਾ ਜੀ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਉਹਨਾਂ ਦੀ ਅਸੀਂ ਪਿਛਲੇ ਕਈ ਦਿਨਾਂ ਤੋਂ ਵਿਚਾਰ ਕਰ ਰਹੇ ਹਾਂ। ਅੱਜ ਦਾ ਇਹ ਸ਼ਬਦ ਗੋਂਡ ਰਾਗ ਵਿੱਚ ਉਚਾਰਨ ਕੀਤਾ ਹੋਇਆ ਹੈ। ਇੱਥੇ ਇੱਕ ਥੋੜ੍ਹੀ ਜਿਹੀ ਧਿਆਨ ਦੇਣ ਵਾਲੀ ਗੱਲ ਹੈ, ਇਹ ਜਿਹੜਾ ਗੋਂਡ ਹੈ ਇਹਨੂੰ ਆਮ ਤੌਰ 'ਤੇ ਟੇਬਲ ਟਾਕ ਵਿੱਚ ਅਸੀਂ ਗੌਂਡ ਕਹਿ ਜਾਂਦੇ ਹਾਂ। ਤੋ ਹੋੜਾ ਅਤੇ ਘਨੋੜੇ ਦੇ ਫਰਕ ਨੂੰ ਚੇਤਾ ਰੱਖਣ ਵਾਲੀ ਗੱਲ ਹੈ। ਇਹ ਹੋੜਾ ਹੈ, ਘਨੋੜਾ ਨਹੀਂ ਹੈ। ਛੋਟੀਆਂ ਛੋਟੀਆਂ ਹੀ ਗੱਲਾਂ ਹੁੰਦੀਆਂ ਨੇ, ਹੋਰ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ, ਸਿਰਫ ਗੱਲ ਧਿਆਨ ਦੇਣ ਦੀ ਹੁੰਦੀ ਹੈ। ਤੋ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹਨੂੰ ਨਾ ਸੰਗਤ ਜੀ ਉਹ ਬਿਸਮਿਲ੍ਲਾ ਕਹਿੰਦੇ ਨੇ ਇਸਲਾਮ ਵਾਲੇ। ਕਿਸੇ ਗੱਲ ਨੂੰ ਸ਼ੁਰੂ ਕਰਨਾ ਹੈ, ਸਨਾਤਨ ਮਤ ਵਾਲੇ ਸ਼੍ਰੀ ਗਣੇਸ਼ ਕਹਿੰਦੇ ਨੇ, ਸਾਡੇ ਮੰਗਲਾਚਰਨ ਕਹਿੰਦੇ ਨੇ, ਜਾਂ ਕਹਿੰਦੇ ਨੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਤੋ ਇਹ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਵਾਲੀ ਗੱਲ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ। ਅਕਾਲ ਪੁਰਖ ਵਾਹਿਗੁਰੂ ਤੁਸੀਂ ਇੱਕੋ, ਇੱਕ ਰਸ ਹੋ ਲਗਾਤਾਰ ਹੋ, ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਹੋ। ਆ ਸਾਹਿਤ ਰਚਨ ਵਿੱਚ ਵੀ ਆਪ ਜੀ ਨੇ ਬਖਸ਼ਿਸ਼ ਕਰਨੀ। ਕਲਗੀਧਰ ਪਾਤਸ਼ਾਹ ਦਾ ਤਕੀਆ ਕਲਾਮ ਸੀ ਤਉ ਪ੍ਰਸਾਦ। ਜਦੋਂ ਵੀ ਕੋਈ ਬਾਣੀ ਰਚਦੇ ਨੇ ਉਹ ਤਉ ਪ੍ਰਸਾਦ ਹੈ, ਤੇਰੀ ਕਿਰਪਾ ਨਾਲ। ਘੋੜੇ ਤੇ ਪਲਾਕੀ ਮਾਰ ਕੇ ਬੈਠ ਰਹੇ ਨੇ ਤਉ ਪ੍ਰਸਾਦ, ਪ੍ਰਸ਼ਾਦਾ ਛਕ ਰਹੇ ਨੇ ਤਉ ਪ੍ਰਸਾਦ, ਤੀਰ ਚਲਾ ਰਹੇ ਨੇ ਤਉ ਪ੍ਰਸਾਦ, ਜਿੱਤ ਕੇ ਆਏ ਨੇ ਤਉ ਪ੍ਰਸਾਦ। ਜਦੋਂ ਮਹਾਰਾਜ ਸਰਬੰਸ ਵਾਰ ਕੇ ਗਏ ਨਾ ਦੱਖਣ ਵੱਲ, ਰਾਜਨੀਤਿਕ ਲੋਕ ਜਿਹੜੇ ਨੇ ਸੱਕੇ ਤੇ ਕਿਸੇ ਦੇ ਨਹੀਂ ਨਾ ਹੁੰਦੇ, ਮੈਨੂੰ ਖਿਮਾ ਕਰਨਾ, ਰੰਗ ਬਦਲਦੇ ਨੇ ਗਿਰਗਟ ਵਾਂਗੂ। ਆ ਹੁਣ ਤੁਸੀਂ ਵੇਖਿਆ ਇਹਨਾਂ ਦਿਨਾਂ 'ਚ ਕਿਵੇਂ ਲਿਲਕੜੀਆਂ ਲੈਂਦੇ ਤੁਹਾਡੀਆਂ, ਫਿਰ 5 ਸਾਲ ਤੁਸੀਂ ਲਿਲਕੜੀਆਂ ਲੈਣੀਆਂ ਨੇ। ਇਹ ਵੀ ਮੈਂ ਤੁਹਾਨੂੰ ਸੁਚੇਤ ਕਰ ਦਿਆਂ। ਇਸ ਲਈ ਜਦੋਂ ਕਾਬੂ ਆ ਜਾਏ ਨਾ ਕੋਈ, ਉਦੋਂ ਫਿਰ ਸਾਰੀਆਂ ਕਸਰਾਂ ਕੱਢ ਲੈਣੀਆਂ ਚਾਹੀਦੀਆਂ ਨੇ ਅਗਲੀਆਂ ਪਿਛਲੀਆਂ, ਫਿਰ ਤੇ ਇਹਨਾਂ ਕਾਬੂ ਨਹੀਂ ਆਉਣਾ। ਖੈਰ, ਮਹਾਰਾਜ ਜਦੋਂ ਗਏ ਨਾ ਤੇ ਉਹਨੇ ਬਹਾਦਰ ਸ਼ਾਹ ਨੇ ਤਖਤ ਤੇ ਬਹਿਣ ਤੋਂ ਬਾਅਦ ਦੀ ਗੱਲ ਹੈ, ਮਹਾਰਾਜ ਦਾ ਜ਼ਖਮ ਕੁਰੇਦਿਆ ਥੋੜ੍ਹਾ ਜਿਹਾ, ਜਿਵੇਂ ਤਕਲੀਫ ਦੇਈਦੀ ਹੈ ਨਾ ਕਿਸੇ ਨੂੰ। ਮਹਾਰਾਜ ਨੂੰ ਟਟੋਲਦਾ ਹੋਇਆ ਨਾ, ਕਹਿਣ ਲੱਗਾ ਵੀ ਕੀ ਹਾਲ ਹੈ, ਕਿਸ ਤਰ੍ਹਾਂ ਗੁਜ਼ਰੀ। ਤੇ ਮਹਾਰਾਜ ਸਮਝ ਗਏ ਵੀ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਅਨੰਦਪੁਰ ਛੱਡਣਾ ਪਿਆ, ਸਿੰਘ ਸ਼ਹੀਦ ਹੋ ਗਏ, ਬੇਸਰੋ ਸਮਾਨ। ਇਹ ਮੈਨੂੰ ਟੋਂਦਾ ਅੰਦਰੋਂ ਵੀ ਇਹਦੀ ਆਤਮਿਕ ਅਵਸਥਾ ਕੀ ਹੈ। ਤੇ ਕਹਿੰਦਾ ਮਹਾਰਾਜ ਹੁਣ ਕਿਵੇਂ ਮਹਿਸੂਸ ਕਰਦੇ ਹੋ, ਕੀ ਹਾਲ ਹੈ ਤੁਹਾਡਾ। ਮਹਾਰਾਜ ਕਹਿਣ ਲੱਗੇ ਵੀ ਹਾਲ ਮੇਰਾ ਠੀਕ ਹੈ। बुलंदी से गुजरा मैं पस्ती से गुजरा, लेकिन जहाँ से भी गुजरा बड़ी मस्ती से गुजरा। बादशाह तू मैनू टोना है भी तेरे 4 बच्चे और बड़ी बुरी तरह को के शहीद किए, तेरा हालात की ने मैं तेन दसा। मैं बड़े आनंद भी लाए, बड़िया चढ़दियाँ कला विच भी रहा, जंग भी जिते। ये गल वक्री है भी छोटे छोटे बच्चे उन्होंने हाथ आ गए तो वो शहीद करने च कामयाब हो गए। मैं बुलंदियां विचों भी गुजरिया वां, मैं पस्तियां विचों भी गुजरिया वां, पर जिहड़ी गल तू जाननी चाहुंदा मैं तेन दसां, मैं जहां से भी गुजरा पूरी मस्ती से गुजरा। वो मस्ती अज भी मेरे अंदर है, उस मस्ती नूं कोई खो नहीं सकता। तो मैं अर्ज कर रहा सां भी ये सतगुरु सच्चे पातशाह ने बख्शिश की भी वो है एक मिलदा उहदी किरपा नाल है। ते एक ओंकार सतगुर प्रसाद भी गुरबाणी विच बहुत मंगलाचरण है। और गुरु गोबिंद सिंह महाराज आम तौर पर तप प्रसाद शब्द वरतते सन। राग गोंड बाणी रविदास जियो की कर पहला, ये गोंड राग विच गाउणा है। और अगली गल ध्यान देने वाली ये है संगत जी, थोड़ा जिहा सुर ते जोर दिया जे, बाणी रविदास जियो की।
किते भी गुरबाणी च नहीं लिखिया बाणी गुरु नानक जीओ की, अंगद जीओ की, अमरदास जीओ की। पर जदों भगतां दी गल आउंदी है तो जीओ की जी सन्मान है। इसलिए एक छोटी जी गल भी नहीं, तुसी भगत रविदास ना कहो, सतगुरु रविदास कहो, वो भलिओ नहीं। ये तुहानूं भी पता है भी गुरबाणी विच जो लिखिया गया उन्होंने असी नहीं बदल सकते, साडे अधिकार खेतर च नहीं आउंदा। वो सतगुरु ही ने जिन्हां दी बाणी गुरु ग्रंथ साहब च दर्ज हो गई, गुरुआं ने अपने बराबर दर्ज कर दी। भगत सतगुर सिख सोई जिस हर प्रभ भाणा पावै, इको कतार विच सारिਆਂ ਨੂੰ खड़े कर दिता। तो ये नाल साडे विच थोड़ी जी मतभेद हो जाणगे, असी खिंड जांगे। इस वास्ते सारे भाईचारे नूं चाहीदा भी ये इशू जिहड़ा है इहनूं ना बनाईए, सगों असी वेखीए भी किसी भी गुरु दे नाल जी जां जीओ नहीं लगा, पर जदों बाबा जी की गल आउंदी है ते रविदास जीओ की, ये भी तो सानूं वेखना चाहिदा ना। घर दूजा संगीत नाल संबंधित है, आप जी नूं पता ही है। आओ हुण दरगाही बचनां वल ध्यान दईए, समा ज़ाया ना करिए, 40 मिनट बचे ने। मुकंद मुकंद जपो संसार, बिन मुकंद तन होए औहार। संगत जी, ये जिहड़ा मुकंद शब्द है ना, ये दर्जन के लगभग इस शब्द विच आउंदा है। इसलिए इस मुकंद के पद अर्थ थोड़े जे पहला समझ लीए। मुकंद मुक्ति दाता, मुकंद के अखरी अर्थ ने मुक्ति दाता। मुक्ति दाता कौन है? परमात्मा। परमात्मा किहड़ी मुक्ति करदा है? संगत जी, मुक्त करन दी लोड़ उहनूं हुंदी है जिहड़ा बंधन च हुंदा है, और सानूं अणदिसदे बंधन ने, दिसदे नहीं गे, अदृश बंधन ने। काम क्रोध लोभ मोह हंकार दे, आसा दे, तृष्णा दे, ईरखा दे, निंदिया दे, होर कई प्रकार दे ने। सरवर पंखी हेकड़ो फाईवाल 50। तो वो जिहड़े बंधन ने ना, अणदिसदे बंधन ने, उन्हां बंधनां नूं निरंकार भी कट सकदा है, उन्हां बंधनां नूं गुरु भी कट सकदा है, क्योंकि सतगुर सिख के बंधन काटे। पर बाबा रविदास जी कहते ने परमात्मा भी बंधन कटदा है। मुकंद मुकंद जपो संसार। संसार दे लोगो, मुक्ति दाते परमात्मा दा सिमरन करया करो। 3 गल्लां ते जोर है इस सारे शब्द विच। एक, सिमरन करया करो, सिमरन जरूर करया करो। जो बाबा जी कह रहे हैं मैं वो एक्सप्लेन कर रहा। बाबा जी कह रहे हैं एक तो सिमरन जरूर करया करो, दूसरी गल ये समझ लो भी जिहड़ा सिमरन है वो नीवियां नूं भी उच्चे बना देंदा है। 3 गल्लां उन्होंने कहियां ने, सिमरन करया करो, नीवियां नूं भी उच्चे बना देंदा है इस शब्द विच, और तीजी गल कहीए सिमरन नाल तृष्णा मुक जाती है। ये 3 गल्लां ते जोर दिता बाबा जी ने। मैं तुहाडे सामने जदों आउना शब्द लैके तो मैं बाकायदा उहदा एनालिसिस करके आउना, बाकायदा उन्होंने विचार के आउना। 3 गल्लां ते जोर दिता आप जी ने। प्रारंभ विच कहंदे ने मुकंद मुकंद जपो संसार, लोको सिमरन जरूर करया करो। संसार लोको सिमरन जरूर करया करो, क्योंकि बिन मुकंद तन होए औहार। औहार ऐड़ा ऊड़ा हाहे कन्ना रारा। औहार दे अर्थ ने नाशवंत। संगत जी, नाशवंत तो सेंस है कोई चीज़ बेकार चली जानी। जिवें असी बहुत महंगा फ्रूट खरीद के लियावीए, उन्होंने 2 4 5 10 20 दिन देखी ना तो खराब हो जाए, सानू तकलीफ होंदी है भी वेखो कितने पैसे खर्च के फ्रूट आंदा सी, फलां चीज़ आंदी सी, वो लापरवाही कारण खराब हो गई है। पर हजूर कहते ने तू फ्रूट की, ड्राई फ्रूट की, खाण वालियां चीज़ों की, होर वस्तुओं की गल छड्ड, जे नाम ना जपीए इस तन नाल, शरीर नाल, ते मनुखा शरीर भी जाया ही चला जाता है, इसदा कोई लाभ ही नहीं हुंदा। असी इसदा सदुपयोग ही नहीं कर सके। सोई मुकंद मुकत का दाता, वो मुक्ति दाता ही सानू मुक्ति देंदा है,
और ਉਹੀ ਮੁਕਤੀਦਾਤਾ ਮੇਰੀ ਮਾਤਾ ਹੈ, ਉਹੀ ਮੁਕਤੀਦਾਤਾ ਮੇਰਾ ਪਿਤਾ ਹੈ, ਉਹਨੂੰ ਜਪਣਾ ਚਾਹੀਦਾ। ਬਾਣੀਕਾਰ ਨਾ ਕਦੀ ਕਦੀ ਥੋੜ੍ਹੀ ਜਿਹੀ ਝਿੜਕ ਮਾਰ ਕੇ ਵੀ ਸਾਨੂੰ ਜਪਣ ਲਈ ਕਹਿੰਦੇ। ਜਿਸ ਤਰ੍ਹਾਂ ਅਸੀਂ ਤੁਸੀਂ ਬੱਚਿਆਂ ਨੂੰ ਪੜ੍ਹਨ ਲਈ ਕਹਿੰਦੇ ਹਾਂ ਵੀ ਬੇਟਾ ਹੋਮਵਰਕ ਕਰ ਲਓ, ਬੇਟਾ ਪੜ੍ਹ ਲਓ, ਚੰਗੇ ਰਹੋਗੇ। ਤਾਂ ਸੰਗਤ ਜੀ ਕਦੀ ਕਦੀ ਨਾ ਅਸੀਂ ਤੁਸੀਂ ਉਹਨਾਂ ਹੀ ਬੱਚਿਆਂ ਨੂੰ ਜਿਨ੍ਹਾਂ ਨੂੰ ਹਿੱਕ ਨਾਲ ਲਾ ਕੇ ਚੁੰਮਣੇ ਆ, ਕਦੀ ਕਦੀ ਥੋੜ੍ਹੇ ਜਿਹੇ ਸਖਤ ਹੋ ਕੇ ਵੀ ਕਹਿੰਦੇ ਤੂੰ ਪੜ੍ਹਦਾ ਕਿਉਂ ਨਹੀਂ। ਤੋ ਜਿਹੜਾ ਸਖਤ ਹੋ ਕੇ ਕਹਿੰਦੇ ਆ ਉਹ ਵੀ ਭਲੇ ਲਈ ਕਹਿੰਦੇ ਆ, ਜਿਹੜਾ ਲਾਡ ਨਾਲ ਕਹਿੰਦੇ ਆ ਉਹ ਵੀ ਭਲੇ ਲਈ ਕਹਿੰਦੇ ਆ। ਪੇਰੈਂਟਸ ਕੋਲੋਂ ਤੇ ਅਧਿਆਪਕ ਕੋਲੋਂ ਜਿਹੜਾ ਸਟੂਡੈਂਟਸ ਨੂੰ ਘੂਰਨ ਦਾ ਅਧਿਕਾਰ ਖੋਇਆ ਹੈ, ਉਹਦੇ ਨਤੀਜੇ ਦਾ ਸਾਡੇ ਦੇਸ਼ ਨੂੰ ਸਮਾਂ ਪਾ ਕੇ ਪਤਾ ਲੱਗੇਗਾ। ਬਹੁਤ ਭਿਆਨਕ ਨਤੀਜੇ ਹੋਣਗੇ। ਕਿਉਂ? ਕਿਉਂਕਿ ਬੱਚਾ ਤੇ ਨਾਦਾਨ ਹੈ। ਹੁਣ ਠੀਕ ਹੈ ਬਈ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਤੂੰ ਪੜ੍ਹਦਾ ਕਿਉਂ ਨਹੀਂ, ਪਰ ਜੇ ਉਹ ਅੱਗ ਵਿੱਚ ਹੱਥ ਪਾ ਲੈ ਤੇ ਫਿਰ ਅੱਗ ਬਲਦੀ ਵਿੱਚ ਬੱਚਾ ਹੱਥ ਪਾ ਦੇ ਤੇ ਕੀ ਅਸੀਂ ਜ਼ਬਰਦਸਤੀ ਉਹਦਾ ਗੁੱਟ ਫੜ ਕੇ ਪਿੱਛੇ ਨਹੀਂ ਕਰਾਂਗੇ? ਉਹ ਵੀ ਰੋਕ ਦਿਓ, ਕਿੱਦਾਂ ਕੰਮ ਚੱਲੇਗਾ? ਨਾਦਾਨ ਬੱਚੇ ਨੂੰ ਆਪਣੇ ਭਲੇ ਬੁਰੇ ਦਾ ਨਹੀਂ ਪਤਾ, ਲਿਹਾਜ਼ਾ ਉੱਥੇ ਮਾਂ ਪਿਓ ਨੂੰ ਟੀਚਰ ਨੂੰ ਅਧਿਕਾਰ ਹੋਣੇ ਚਾਹੀਦੇ ਨੇ। ਜਦੋਂ ਉਹ ਥੋੜ੍ਹਾ ਬਾਲਿਗ ਹੋ ਜਾਏ, ਥੋੜ੍ਹਾ ਸਿਆਣਾ ਹੋ ਜਾਏ, ਭਾਵੇਂ ਉਹ 5 6 7 8 9 ਸਾਲ ਦਾ ਹੀ ਸਮਝਣ ਯੋਗ ਹੋ ਜਾਏ, ਫਿਰ ਵੱਖਰੀ ਗੱਲ ਹੈ। ਹੁਣ ਛੁੱਟ-ਪੁੱਟ ਕੋਈ ਘਟਨਾ ਕਿਸੇ ਅਧਿਆਪਕ ਨੇ ਗੁੱਸੇ ਵਿੱਚ ਕੋਈ ਗਲਤੀ ਕਰ ਦਿੱਤੀ ਜਾਂ ਕਿਸੇ ਮਾਂ ਪਿਓ ਤੋਂ ਕੋਈ ਲਫੇੜਾ ਜ਼ੋਰ ਦਾ ਵੱਜ ਗਿਆ ਤੇ ਉਹਨਾਂ 1 2 4 1% ਕੇਸਿਜ ਨੂੰ ਲੈ ਕੇ ਇਹ ਇੱਦਾਂ ਦੇ ਜਿਹੜੇ ਨਿਯਮ ਨੇ ਇਹ ਠੀਕ ਨਹੀਂ ਬਣੇ। ਇਹ ਸਮਾਂ ਪਾ ਕੇ ਇਹਨਾਂ ਦੇ ਨਤੀਜੇ ਚੰਗੇ ਨਹੀਂ ਆਉਣਗੇ, ਮਾੜੇ ਨਤੀਜੇ ਆਉਣਗੇ। ਗੁਰ ਕੁੰਭਾਰ ਸਿਸ ਕੁੰਭ ਹੈ, ਗੜ ਗੜ ਕੱਢ ਹੈ ਖੋਟ, ਅੰਤਰ ਹਾਥ ਸਹਾਰ ਦੇ ਬਾਹਰ ਮਾਰੇ ਚੋਟ। ਘੜੇ ਬਣਾਉਂਦਿਆਂ ਚੱਕ ਤੋਂ ਕਈ ਵਾਰ ਚਿੱਬ ਪੈ ਜਾਂਦਾ, ਫਿਰ ਉਹ ਇੱਕ ਹੱਥ ਅੰਦਰ ਦੇ ਦਿੰਦਾ ਬਾਹਰੋਂ ਥਾਪੀ ਨਾਲ। ਉਹ ਇਹਨੂੰ ਕਿਉਂ ਕੁੱਟ ਰਿਹਾ? ਉਹ ਕਹਿੰਦੇ ਕੁੱਟ ਨਹੀਂ ਰਿਹਾ, ਚਿੱਬ ਕੱਢ ਰਿਹਾ ਵਾਂ, ਇਹਦਾ ਬਾਜ਼ਾਰ 'ਚ 2 ਪੈਸੇ ਕੀਮਤ ਪੈ ਜਾਏਗੀ, ਨਹੀਂ ਤੇ ਇਹਨੂੰ ਨਿਕੰਮੇ ਨੂੰ ਤੇ ਕਿਸੇ ਖਰੀਦਣਾ ਹੀ ਕੋਈ ਨਹੀਂਗਾ। ਤਾਂ ਉਹ ਜਿਹੜਾ ਚਿੱਬ ਕੱਢਣ ਦੇ ਅਧਿਕਾਰ ਸਨ ਨਾ, ਉਹ ਖੋ ਕੇ ਗਲਤੀ ਕਰ ਬੈਠੇ ਆ। ਚਿੱਬ ਜਿੰਨਾ ਚਿਰ ਨਾ ਨਿਕਲੇ ਬਾਜ਼ਾਰ ਵਿੱਚ ਕੀਮਤ ਨਹੀਂ ਪੈਂਦੀ। ਤੋ ਭਗਤ ਕਬੀਰ ਸਾਹਿਬ ਥੋੜ੍ਹੀ ਜਿਹੀ ਝਿੜਕ ਮਾਰ ਕੇ ਨਾਮ ਜਪਣ ਦੀ ਗੱਲ ਕਰਦੇ ਨੇ। ਕੀ ਕਹਿੰਦੇ ਨੇ? ਕਹਿੰਦੇ ਨੇ ਵੇਖ ਬੰਦਿਆ, ਨਾਮ ਜਪ ਲੈ, ਜੇ ਨਾ ਜਪਿਆ ਨਾ ਤੇ ਫਿਰ ਪਸ਼ੂ ਦੀ ਜੂਨ ਵੀ ਮਿਲ ਸਕਦੀ ਹੈ। ਤੇ ਜੇ ਪਸ਼ੂ ਦੀ ਜੂਨ ਮਿਲੀ ਨਾ, ਫਿਰ ਤੇਰੇ 4 ਪੈਰ ਹੋਣਗੇ, 2 ਸਿੰਗ ਹੋਣਗੇ, ਮੂੰਹ ਗੁੰਗਾ ਹੋਵੇਗਾ, ਇੱਕ ਪੂਛ ਵੀ ਹੋਵੇਗੀ। ਔਰ ਹੁਣ ਤੇ ਤੈਨੂੰ ਸੱਦਣਾ ਹੋਵੇ ਤੇ ਕਾਰਡ ਭੇਜਿਆ ਜਾਂਦਾ, ਲਿਫਾਫੇ 'ਚ ਪਾ ਕੇ, ਨਾਲੇ ਰਿਕੁਐਸਟ ਕੀਤੀ ਜਾਂਦੀ ਹੈ ਵੀ ਦਰਸ਼ਨ ਜ਼ਰੂਰ ਦਿਆ ਜੇ। ਫਿਰ ਜਦੋਂ ਤੈਨੂੰ ਕਿਤੇ ਲਿਜਾਣਾ ਹੈ ਨਾ ਤੇ ਬਿਨਾਂ ਤੈਨੂੰ ਪੁੱਛੇ ਗਿੱਛੇ ਪਹਿਲਾਂ ਤੇਰੇ ਪੁੜਿਆਂ ਤੇ ਖਿੱਚ ਕੇ ਡਾਂਗ ਮਾਰਨੀ, ਫਿਰ ਤੇਰੀ ਨੱਥ ਫੜ ਕੇ ਤੈਨੂੰ ਤੋਰਨਾ। ਉਹ ਠੀਕ ਹੈ ਕਿ ਇਹ ਠੀਕ ਹੈ? 4 ਪਾਮ, 2 ਸਿੰਘ, ਗੁੰਗ ਮੁੱਖ, ਮੂੰਹ ਗੁੰਗਾ, ਤੇਰੇ ਕੋਲੋਂ ਕੋਈ ਗੱਲ ਨਹੀਂ ਹੋਵੇਗੀ। ਸੰਗਤ ਜੀ ਗੱਲ ਤੇ ਭਾਵਨਾ ਦੀ ਹੈ, ਗੱਲ ਤੇ ਸ਼ਰਧਾ ਦੀ ਹੈ। ਜੇ ਗੁਰਬਾਣੀ ਤੇ ਵਿਸ਼ਵਾਸ ਹੈ ਫਿਰ ਸਭ ਕੁਛ ਹੈ। ਅੱਛਾ ਵੇਖੋ ਜੀ, 84 ਲੱਖ ਜੂਨਾਂ ਕੋਨੀ ਗਿਆ ਤੇ ਮਹਾਰਾਜ ਨੇ ਉਵੇਂ ਹੀ ਲਿਖ ਦਿੱਤਾ। ਚਲੋ ਮੰਨ ਲਿਆ, ਤੁਹਾਡੀ ਫਿਲਾਸਫੀ ਮੰਨ ਲਈ। ਸਾਡੇ ਸਾਹਮਣੇ ਡੰਗਰ ਫਿਰਦੇ ਨੇ, ਕੀ ਅਸੀਂ ਇਸ ਜੂਨ ਨੂੰ ਨਾ ਮੰਨੀਏ ਜਿਨ੍ਹਾਂ ਨੂੰ ਅਸੀਂ ਦੇਖ ਰਹੇ ਹਾਂ? ਚੌਪਾਏ ਜਾਨਵਰ ਤੁਹਾਡੇ ਸਾਡੇ ਸਾਹਮਣੇ ਵਿਚਰ ਰਹੇ ਨੇ। ਹੁਣ ਅਸੀਂ ਕਹੀਏ ਵੀ ਨਹੀਂ ਇਹ ਐਵੇਂ ਹੀ ਹੈ ਵੀ ਚੁਪਾਇਆ ਜਾਨਵਰ ਨਹੀਂ ਹੁੰਦਾ, ਪਸ਼ੂ ਨਹੀਂ ਹੁੰਦੇ, ਪੰਛੀ ਨਹੀਂ ਹੁੰਦੇ, 42 ਲੱਖ ਜੂਨਾਂ ਪਾਣੀ 'ਚ ਨਹੀਂ ਹੁੰਦੀ, ਕਿਵੇਂ ਮੰਨ ਲਈਏ ਜਿਹੜੀਆਂ ਖੁੱਲ੍ਹੀ ਅੱਖ ਨਾਲ ਦਿਸ ਰਹੀਆਂ? ਇਹ ਸਭ ਕੁਛ ਹੈ ਵੇ, ਹੁੰਦਾ ਹੈ, ਔਰ ਅਸੀਂ ਤੁਸੀਂ ਦੇਖ ਰਹੇ ਹਾਂ। 4 ਪਾਮ 2 ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਫਿਰ ਤੇਰਾ ਦਿਲ ਕਰੇਗਾ ਵੀ ਹੁਣ ਜਪ ਲਾਂ, ਪਰ ਤੂੰ ਜਪ ਨਹੀਂ ਸਕੇਗਾ। ਇਹ ਜਿਹੜੇ ਵਹਿਣ ਵਿੱਚ ਤੂੰ ਵਹਿ ਰਿਹਾ ਨਾ, ਸਾਰਾ ਦਿਨ ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਲੰਘ ਗਿਆ। ਕਦੀ TV ਵੇਖ, ਕਦੀ ਬੱਚਿਆਂ ਨਾਲ ਖੇਡ, ਕਦੀ ਉਹ ਜਲਸੇ ਜਾ, ਕਦੀ ਇੱਧਰ, ਔਰ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਲੰਘ ਗਿਆ। ਸੌਂ ਕੇ ਰਾਤ ਲੰਘ ਗਈ, ਰਹਿਣ ਗਵਾਈ, ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ, ਫਰੀਦਾ 4 ਗਵਾਇਆ, ਹੰਡ ਕੈ 4 ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਜੋ ਦਿਨ ਆਵੇਂ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਣਾ,
दूर गवन सिर ऊपर मरना, जिन जियो दिया सो रिजक अंबरावै, सब कट पीतर हाट चलावै, कर बंदगी छाड़ मैं मेरा, हृदय राम संभार सवेरा। कह रविदास निदान दीवाने, चेतस नाही दुनिया फन खाने, दिन ते पैर पैर ते घरियां, आब घटै तन छीजै, काल अहेरी फिरै, बदक ज्यों कहो कवन बिद कीजै, सो दिन आवन लागा, मात पिता भाई सुत बनता, कहो को है कांका। की करेंगा फिर? चार पाम दोए सिंह गुंग मुख, तब कैसे गुण गई हैं, उठत बैठत ठेंगा पर है। बहिंदियां उठदियां तेरे सिर दे विच अगला ठेंगा मारेगा, डांग मारेगा, बेनती नहीं करेगा भी चल गड्ढे च जोना चलीए कि ना चलीए। तेरा मूड है जान दा, तेरे नक दे विच नकेल पाईए, माड़ा जिहा खिंचिया तैनूं इन्नी दर्द होनी है, तू हड़बड़ा के उठ जाना, फिर सिर च डांग वजी है, उन्हें तेरा सिर सुन्न कर दिता, तैनूं समझ ही कुछ नहीं आउंदी। हुण ही बंदा बन जा, जप लै। उठत बैठत ठेंगा पर है, तब कत मूंड लकाई, सिर कित्थे लकाएगा, डांग ते वजेगी। हर बिन बैल बिराने होई हैं, हरि दे नाम तो बिना ना तू बैल बन के बगाने वस विच पै जाएगा। बिराने होई है पर अधीन हो जाएगा, तेरी नत्थ किसे दे हत्थ होवेगी, फिर जो चाहेगा करेगा। ਹੁਣ संगत जी कई बार तो सानू ये भी नहीं पता हुंदा भी ਜਿਹੜੇ बल्द ਨੂੰ ਅਸੀਂ जोन लगे ਉਹਨੂੰ बुखार चढ़िया, ਉਹਦਾ हाजमा ठीक नहीं, ਉਹਨੂੰ कोई समस्या है, क्यों? क्योंकि अपना दुख जाहिर ही नहीं कर सकता। और सतगुरु सानू खबरदार कर रहे हैं भी हुणे ही बंदा बन जाए, इस तरह की अवस्था बन सकती है। फिर की हुंदा है? हर बिन बैल बराने होई हैं, फाटे नाकन टूटे कांधन, कोदो को पोस खाई है। तेरा नक फटिया होवेगा, ਇਹਦੇ ਵਿੱਚ ਨਾ ਲੋਹੇ ਦੀ ਕੋਈ ਚੀਜ਼ ਪਾ ਕੇ ਨਾ ਵਿੱਚ ਠੋਕ ਕੇ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਉਹਦੇ ਸਰਾਖ ਕਰਨਗੇ, ਫਿਰ ਉਹਦੇ 'ਚ ਸੰਗਤ ਜੀ ਰੱਸੀ ਪਾ ਕੇ ਨੱਥ ਪਾਣਗੇ, ਲਹੂ ਵਗਦਾ ਤੇ ਪਿਆ ਵਗੇ, ਕੋਈ ਪਰਵਾਹ ਨਹੀਂ ਤੇਰੀ ਕਿਸੇ ਨੂੰ। ਇੱਕ ਜਣਾ ਆਂਦਾ ਬੜਾ ਲਹੂ ਵਗਦਾ, ਦੂਜਾ ਕਹਿੰਦਾ ਕੋਈ ਨਹੀਂ ਸ਼ਾਮ ਤੱਕ ਘਟ ਜਾਏਗਾ, ਕੁਛ ਨਹੀਂ ਹੁੰਦਾ। ਟੂਟੇ ਨਾਕਨ ਫੂਟੇ ਕਾਂਦਨ, ਉੱਤੇ ਜੂਲਾ ਰੱਖ ਰੱਖ ਕੇ ਨਾ ਸੰਗਤ ਜੀ ਜਿਹੜਾ ਕੰਨ ਹੁੰਦਾ ਹੈ ਨਾ, ਧੌਣ ਹੁੰਦੀ ਹੈ, ਉਹ ਫਿਸ ਜਾਂਦੀ ਹੈ, ਕਦੀ ਕਦੀ ਨਾ ਜੀ ਜ਼ਖਮ ਵੀ ਬਣ ਜਾਂਦੇ ਸਨ। ਐਸਾ ਵੇਖਣ 'ਚ ਆਇਆ, ਸੁਣੀ ਸੁਣਾਈ ਗੱਲ ਨਹੀਂ। ਉਹ ਸੁੱਜ ਜਾਣਾ, ਉਹਦੇ 'ਚੋਂ ਪੱਸ ਪੈ ਜਾਣੀ, ਵਗੀ ਜਾਣੀ, ਫਿਰ ਵੀ ਉਹਨੂੰ ਜੋਈ ਰੱਖਣਾ। ਟੂਟੇ ਨਾਕਨ ਫੂਟੇ ਕਾਂਦਨ, ਕੋਦੋ ਕੋ ਪੁੱਸ ਖਾਈ ਹੈ, ਕੋਦਰੇ ਦਾ ਤੂੰ ਭੋਗ ਖਾਏਗਾ। ਸੰਗਤ ਜੀ ਭੋਗ ਕਹਿੰਦੇ ਨੇ ਵੇਸਟੇਜ ਨੂੰ। ਜਿਵੇਂ ਆਪਾਂ ਧਾਨ ਦੀ ਫਸਲ ਝਾੜ ਲੈਂਦੇ ਹਾਂ ਅਤੇ ਜਿਹੜਾ ਫੋਕ ਬਚਦਾ ਉਹਨੂੰ ਪਰਾਲੀ ਕਹਿੰਦੇ ਹਾਂ, ਕਣਕ ਦਾਣੇ ਵੱਖਰੇ ਕਰ ਲੈਂਦੇ ਹਾਂ ਗੇਹੂੰ ਦੇ, ਅਤੇ ਜਿਹੜਾ ਵੇਸਟੇਜ ਬਚਦਾ ਉਹਨੂੰ ਤੂੜੀ ਕਹਿੰਦੇ ਹਾਂ। ਇਸ ਤਰ੍ਹਾਂ ਹੀ ਕੋਦਰੇ ਦਾ ਵੀ ਵੇਸਟੇਜ ਹੁੰਦਾ ਹੈ, ਬਾਜਰੇ ਦਾ ਵੀ ਵੇਸਟੇਜ ਹੁੰਦਾ ਹੈ। ਪਸ਼ੂਆਂ ਨੂੰ ਤਾਂ ਵੇਸਟੇਜ ਹੀ ਮਿਲਦਾ, ਦਾਣਾ ਦੂਣਾ ਤੇ ਆਪਾਂ ਲੈ ਆਉਂਦੇ ਹਾਂ। ਕੋਦੋ ਕੋ ਭੁੱਸ ਖਾਈ ਹੈ, और सारो दिन डोलत बन मैया, अजू न पेट आ गई है। सारा सारा दिन चरदा पेट फिर भी नहीं पा। असी तुसी किड्डी सोहनी जून है संगत जी। वैसे तो भोजन थोड़ा जिहा ठहर ठहर के चबा चबा के छकना चाहिए, पर आप आम तौर पर काली कर जाते हैं। 5 मिनट 7 मिनट 10 मिनट खाधा, अपनी ड्यूटी खत्म। पर तुसी पशुओं नूं वेखो, इदां दा मेधा दिता सिस्टम है, सारा सारा दिन चरते रहते हैं, और चर के सारा दिन हुण रात नूं बैठे ने, हुण एक फिर ड्यूटी करनी पैगी। किहड़ी? वो सारा भोजन वापस मूँह में लिया लिया के युगाली कर करके फिर अंदर जा, फिर पचेगा नहीं तो नहीं पचेगा। कड्डो युगाली मान कोश चों। मझ किन्नी वार करदी है, गां किन्नी वार, बकरी भेड़, किहड़ा किहड़ा जानवर युगाली करदा है, किहड़ा नहीं करदा, जिहड़ा करदा किन्नी वारी करदा है, वो सारा कुछ उहदे च विवरण दिता होवेगा। ये भी मर्ज करते हैं। युगाली शब्द चच्चे नूं औंकड़, गग्गे कन्ना, लल्ले बिहारी, युगाली महान कोश। सारो दिन डोलत बन मैया, अजू न पेट अगाई है, जन भगतन को कहो न मानो, कियो अपनो पई है।
ਤੈਨੂੰ ਭਗਤਾਂ ਨੇ ਉਦੋਂ ਕਿਹਾ ਸੀ ਨਾਮ ਜਪ ਲੈ, ਤੂੰ ਉਹਨਾਂ ਦੀ ਗੱਲ ਨਹੀਂ ਮੰਨੀ। ਭਾਈ ਹੁਣ ਆਪਣਾ ਕੀਤਾ ਪਾ। ਦੁੱਖ ਸੁੱਖ ਕਰਤ ਮਹਾ ਭ੍ਰਮ ਬੁੱਢੋ, ਅਨਕ ਜੋਨ ਭਰਮਾਈ ਹੈ। ਦੁੱਖ ਸੁੱਖ ਕਰਤ ਮਹਾ ਭ੍ਰਮ ਬੁੱਢੋ, ਭਰਮ ਦਾ ਸ਼ਿਕਾਰ ਹੋ ਕੇ ਦੁੱਖਾਂ ਸੁੱਖਾਂ ਵਿੱਚ ਤੇ ਕਹਿੰਦੇ ਨੇ ਇਹ ਜਨਮ ਤੋਂ ਗਵਾ ਲਿਆ। ਅਖੀਰ 'ਚ ਕਹਿੰਦੇ ਨੇ ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉਂ ਗਤ ਬਿਨ ਰੈਣ ਬਿਹਾਈ ਹੈ। कहत कबीर राम नाम बिन मूंड धुने पछुताई है। भ्रमत फिरत तेलक के कप जिਉਂ, तेली ਦਾ ਬਲਦ ਵੇਖਿਆ ਕਦੀ? ਖੋਪੇ ਚਾੜ ਦਿੰਦਾ ਹੈ, ਡੰਡਾ ਮਾਰ ਦਿੰਦਾ, ਘੁੰਮਦਾ ਰਹੋ ਸਾਰਾ ਦਿਨ ਦੁਆਲੇ 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 ਦੁਆਲੇ, ਸਮਝਦਾ ਬੜੀ ਦੂਰ ਆ ਗਿਆ। ਪਰ ਜਦੋਂ ਸ਼ਾਮ ਨੂੰ ਅੱਖਾਂ ਤੋਂ ਖੋਪੇ ਲਾਂਦਾ ਹੈ ਤੇ ਉਹ ਕਹਿੰਦਾ ਉਹ ਤੇਰਾ ਪਲਾਜ਼ਮ ਹੈ, ਤੇ ਜਿੱਥੋਂ ਯਾਤਰਾ ਸ਼ੁਰੂ ਕੀਤੀ ਸੀ ਹੁਣ ਵੀ ਉੱਥੇ ਹੀ ਖੜਾ ਹਾਂ। ਆ ਜਿਹੜਾ ਅਸੀਂ ਬੜੇ ਮਾਰਕੇ ਦੇ ਕੰਮ ਸਮਝਣਾ ਜੀ, ਮੇਰੇ ਕੋਲ 50 ਗਜ ਦਾ ਸੀ, ਮੈਂ ਤੇ 100 ਗਜ ਦਾ ਬਣਾ ਲਿਆ, ਮੈਂ ਤੇ 250 ਗਜ ਕੋਠੀ ਬਣਾ ਲਈ ਹੈ, ਮੈਂ ਤੇ ਮੇਰਾ ਤਾਂ ਹੁਣ ਫਾਰਮ ਹਾਊਸ ਬਣ ਗਿਆ, ਮੇਰੇ ਕੋਲ 2 ਘਰ ਨੇ। ਹਜ਼ੂਰ ਕਹਿੰਦੇ ਤੇਲੀ ਦੇ ਬਲ ਤੋਂ ਵੱਧ ਕੁਛ ਵੀ ਨਹੀਂ। ਨਾ ਤੂੰ ਲੈ ਕੇ ਆਇਆ ਸੈਂ, ਨਾ ਤੂੰ ਲੈ ਕੇ ਜਾਣਾ। ਕਿੱਡੀ ਕੁ ਬਹਾਦਰੀ ਹੈ। ਜਿਹੜਾ ਲੈ ਕੇ ਜਾਣਾ ਸੀ ਨਾ ਨਾਲ ਨਾਮ, ਉਹ ਜਪਿਆ ਹੀ ਕੋਨੀ ਗਾ। ਇਹ ਤੇ ਤੇਲੀ ਤੇ ਬਲਦ ਵਾਲੀ ਕਿਰਤ ਹੈ ਤੇਰੀ। ਜਿਵੇਂ ਤੇਲ ਤੇਲੀ ਦਾ, ਆਮਦਨੀ ਤੇਲੀ ਦੀ, ਬਲ ਦੇ ਹਿੱਸੇ ਮਸ਼ੱਕਤ ਤੇ ਥੋੜੀ ਜੀ ਤੂੜੀ, ਤੇਰੇ ਹਿੱਸੇ ਵੀ ਇਹੋ ਕੁਛ ਹੀ ਆਉਣਾ ਹੈ। ਭ੍ਰਮਤ ਫਿਰਤ ਤੇਲਕ ਕੇ ਕੱਪ ਜਿਉਂ, ਤੇਲਕ ਕੇ ਕੱਪ ਜਿਉਂ, ਤੇਲੀ ਦਾ ਬਲਦ ਤੇ ਕੱਪ ਮੈਨੇ ਬੰਦਰ। ਬੰਦਰ ਥੋੜੇ ਜਿਹੇ ਖਿੱਲਾਂ ਦੇ ਬਦਲੇ ਜ਼ਿੰਦਗੀ ਦਾਅ ਤੇ ਲਾ ਦਿੰਦਾ, ਤੇ ਤੇਲੀ ਦਾ ਬਲਦ ਵੀ ਮਹਾਰਾਜ ਕਹਿੰਦੇ ਬੈਲ ਬਰਾਨੇ ਹੋਈ ਹੈ। ਜਦੋਂ ਨਾਮ ਨਹੀਂ ਜਪਿਆ ਤੇ ਫਿਰ ਪਰ ਅਧੀਨ ਹੋ ਕੇ ਉਹ ਵੀ ਇਸ ਤਰ੍ਹਾਂ ਖੱਜਲ ਖਵਾਰ ਹੁੰਦਾ ਰਹਿੰਦਾ। ਮੈਂ ਫਿਰ ਆਪ ਜੀ ਨੂੰ ਚੇਤਾ ਕਰਵਾ ਦਿਆਂ, ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਔਹਾਰ। ਸੋਈ ਮੁਕੰਦ ਮੁਕਤ ਕਾ ਦਾਤਾ, ਸੋਈ ਮੁਕੰਦ ਹਮਰਾ ਪਿਤ ਮਾਤਾ। ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਲੋਕੋ ਮੁਕਤੀ ਦਾਤੇ ਪ੍ਰਭੂ ਨੂੰ ਸਦਾ ਸਿਮਰੋ। ਮੁਕਤੀ ਦਾਤੇ ਪ੍ਰਭੂ ਨੂੰ ਸਦਾ ਸਿਮਰੋ। ਮੁਕੰਦ ਮੁਕੰਦ ਜਪੋ ਸੰਸਾਰ, ਕਿਉਂ ਸਿਮਰੀਏ? ਬਿਨ ਮੁਕੰਦ ਤਨ ਹੋਏ ਔਹਾਰ। ਨਹੀਂ ਤੇ ਇਹ ਤੇਰਾ ਮਨੁੱਖਾ ਸਰੀਰ ਬੇਕਾਰ ਚਲਾ ਜਾਏਗਾ। ਕਿਸ ਤਰ੍ਹਾਂ ਬੇਕਾਰ ਚਲਾ ਜਾਏਗਾ? ਜਿਉਂ ਉਦਿਆਨ ਕੁਸਮ ਪ੍ਰਫੁੱਲਤ, ਕਿਨੈ ਨਾ ਘਰਾਓ ਲਿਓ। ਤੈਸੇ ਭ੍ਰਮਤ ਅਨੇਕ ਜੋਨ ਮੈਂ, ਫਿਰ ਕਾਲ ਹਾਇਓ। ਭਗਤ ਕਬੀਰ ਸਾਹਿਬ। ਨਿਰਜਰ ਜੰਗਲ ਵਿੱਚ ਖਿੜਿਆ ਹੋਇਆ ਜਿਹੜਾ ਫੁੱਲ ਹੈ, ਉਹਦੀ ਖੁਸ਼ਬੂ ਕੋਈ ਨਹੀਂ ਲੈ ਸਕਦਾ। ਉਹ ਆਪਣਾ ਖੇੜਾ ਵਿਅਰਥ ਹੀ ਖੜਾ ਕੇ ਚਲਾ ਜਾਂਦਾ ਹੈ, ਉਹਦਾ ਕੋਈ ਆਨੰਦ ਹੀ ਨਹੀਂ ਲੈਂਦਾ। ਜਿਸ ਤਰ੍ਹਾਂ ਜੰਗਲ ਵਿੱਚ ਖਿੜਿਆ ਹੋਇਆ ਫੁੱਲ ਆਪਣਾ ਖੇੜਾ ਨਿਰਾਰਥਕ ਹੀ ਗਵਾ ਕੇ ਚਲਾ ਜਾਂਦਾ ਹੈ, ਇਸੇ ਤਰ੍ਹਾਂ ਤੂੰ ਇਹ ਮਨੁੱਖਾ ਜਨਮ ਜਿਹੜਾ ਵਿਅਰਥ ਵਿੱਚ ਹੀ ਗਵਾ ਕੇ ਜਾ ਰਿਹਾ। ਨਾਮ ਹੀ ਨਹੀਂ ਜਪਿਆ, ਸੇਵਾ ਨਹੀਂ ਕੀਤੀ। ਸੋ ਸੰਗਤ ਜੀ, ਇੱਥੇ ਨਾ ਮੈਂ ਇੱਕ ਬੇਨਤੀ ਕਰਾਂ ਵੀ ਇਹ ਮੇਰੀ ਮੈਂ ਬਾਉਂਡ ਹਾਂ, ਮਜਬੂਰੀ ਸ਼ਬਦ ਮੈਂ ਨਹੀਂ ਵਰਤਾਂਗਾ। ਹੁਣ ਮੰਨ ਲਿਆ ਵੀ ਸ਼ਬਦ ਵਿੱਚ ਪ੍ਰਕਰਨ ਆ ਗਿਆ ਵੀ ਸੰਗਤ ਵਿੱਚ ਜੁੜਨਾ ਬਹੁਤ ਜ਼ਰੂਰੀ ਹੈ। ਜਿਹੜੇ ਸੰਗਤ 'ਚ ਨਹੀਂ ਜੁੜਦੇ ਉਹ ਬੜੇ ਨਿਭਾਗੇ ਨੇ। ਮੈਂ ਉਹਨੂੰ ਐਕਸਪਲੇਨ ਕਰ ਰਿਹਾ। ਜਿਹੜਾ ਸੰਗਤ ਵਿੱਚ ਬੈਠਾ ਪ੍ਰਾਣੀ ਉਹ ਸੋਚਦਾ ਵੀ ਗਿਆਨੀ ਜੀ ਨੂੰ ਕੀ ਹੋ ਗਿਆ, ਅਸੀਂ ਤੇ ਰੋਜ਼ ਸੰਗਤ ਵਿੱਚ ਜੁੜਨੇ ਆ, ਇਹਨਾਂ ਦੇ ਸਾਹਮਣੇ ਆ ਕੇ ਬਹਿੰਦੇ ਆ। ਤੋ ਇੱਥੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਚੇਤਾ ਕਰਾ ਦਿਆਂ, ਮੇਰਾ ਪ੍ਰਕਰਨ ਹੁੰਦਾ ਹੈ। ਕੀਰਤਨ ਵਾਲੇ ਬਾਉਂਡ ਨਹੀਂ ਗੇ, ਆਏ ਨੇ ਆਪਣੀ ਮੌਜ ਵਿੱਚ ਸ਼ਬਦ ਜਿਹੜੇ ਤਿਆਰ ਕੀਤੇ ਨੇ ਪੜ੍ਹਨਗੇ, ਚੰਗੀ ਗੱਲ ਹੈ। ਇਹ ਨਹੀਂ ਮੈਂ ਕਹਿੰਦਾ ਵੀ ਉਹ ਗਲਤ ਕਰਦੇ, ਪਰ ਕਥਾ ਦੀ ਦੁਨੀਆ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ। ਜਿਹੜੇ ਸ਼ਬਦ ਦੀ ਟਰਮ ਹੈ ਮੈਂ ਉਸੇ ਨੂੰ ਐਕਸਪਲੇਨ ਕਰਨਾ ਹੈ, ਉਹਦਾ ਆਈਡੀਆ ਹੈ, ਉਹਦਾ ਸਾਰਾਂਸ਼ ਹੈ। ਤੋ ਕਈ ਵਾਰ ਉਹ ਤੁਹਾਡੇ 'ਤੇ ਨਹੀਂ ਟੁੱਕਦਾ, ਹੋਰ ਲੋਕਾਂ 'ਤੇ ਟੁੱਕਦਾ, ਪਰ ਉਹਨੂੰ ਕਰਨਾ ਪੈਂਦਾ, ਕਿਉਂਕਿ ਲੜੀਵਾਰ ਵਿਚਾਰ ਇਸੇ ਨੂੰ ਕਹਿੰਦੇ ਨੇ। ਲੜੀਵਾਰ ਵਿਚਾਰ ਦੇ ਅਧੀਨ 'ਤੇ ਵੀ ਆਉਂਦਾ ਵੀ ਜਿਹੜਾ ਗੁਰਪੁਰਬ ਵਿੱਚ ਆਏ ਨੇ ਜਾਂ ਸੰਗਰਾਂਦ ਆਈ ਹੈ, ਉਹ ਵੀ ਲੜੀ ਨਹੀਂ ਟੁੱਟਣੀ ਚਾਹੀਦੀ। ਪ੍ਰੋਪਰ ਲੜੀ ਇਹਨੂੰ ਕਹਿੰਦੇ ਨੇ। ਜੇ ਇੱਕ ਦਿਨ ਉਹ ਵਿਚਾਰ ਕੋਈ ਹੋਰ ਹੋ ਗਈ, ਫਿਰ ਵੀ ਇਹ ਲੜੀਵਾਰ ਪ੍ਰੋਪਰ ਲੜੀਵਾਰ ਨਹੀਂ ਰਹਿੰਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਉਂਕਿ ਮੈਂ ਲੜੀਵਾਰ ਸ਼ਬਦ ਕਹਿਣਾ ਵਾ। ਕੋਈ ਜਾਣਕਾਰ ਕਹਿ ਸਕਦਾ ਵੀ ਗਿਆਨੀ ਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ, ਇਹਦੇ ਵਿੱਚੋਂ ਡਿਸਟਰਬ ਵੀ ਹੁੰਦੀ ਹੈ। ਜਦੋਂ ਡਿਸਟਰਬ ਹੋ ਜਾਏ ਫਿਰ ਇਹ ਲੜੀਵਾਰ ਨਹੀਂ ਰਹਿੰਦੀ। ਪਰ ਇਹ ਪਰੰਪਰਾ ਸਾਡੀ ਵਿੱਚ ਜਿਹੜੇ ਖਾਸ ਦਿਨ ਨੇ ਉਦੋਂ ਵਿਚਾਰ ਕਰਨੀ ਪੈਂਦੀ, ਕੋਈ ਹਰਜ ਨਹੀਂ। ਇੱਕ ਵਾਰੀ ਸਾਰੇ ਕਰੋ ਕਿਰਪਾ, ਆਖੋ ਸਤਨਾਮ ਸ੍ਰੀ। ਮੁਕੰਦ ਮੁਕੰਦ ਜਪੋ ਸੰਸਾਰ, ਬਿਨ ਮੁਕੰਦ ਤਨ ਹੋਏ ਔਹਾਰ।
ਜੇ ਨਾਮ ਨਹੀਂ ਜਪਿਆ ਤੇ ਇਹ ਮਨੁੱਖਾ ਸਰੀਰ ਜਿਹੜਾ, ਮਨੁੱਖਾ ਜਨਮ ਜਿਹੜਾ ਹੈ ਉਹ ਸੰਗਤ ਜੀ ਵਿਅਰਥ ਹੀ ਚਲਾ ਜਾਂਦਾ। ਵੈਸੇ ਉਹ ਹਾਰ ਦੇ ਅਰਥ ਹੁੰਦੇ ਨੇ ਨਾਸ਼ਵੰਤ, ਇੱਥੇ ਸੈਂਸ ਕੀ ਹੈ, ਵਿਅਰਥ ਚਲਾ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਵੀ ਇਸ ਸੰਬੰਧ ਵਿੱਚ ਸਾਨੂੰ ਅਵੇਅਰ ਕੀਤਾ ਹੈ। ਇੱਕ ਕਵਿਤ ਉਹਨਾਂ ਦਾ ਮੈਂ ਆਪ ਜੀ ਦੀ ਨਜ਼ਰ ਕਰਾਂ। ਭਾਈ ਸਾਹਿਬ ਪਹਿਲੀ ਉਦਾਹਰਨ ਦਿੰਦੇ ਨੇ ਸਾਡੇ ਸਮਾਜ ਵਿੱਚੋਂ, ਬੜੀ ਸਾਦਾ ਜੀ, ਬੜੇ ਕਮਾਲ ਦੀ। ਕਹਿੰਦੇ ਨੇ, ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ। ਤੁਸੀਂ ਵੇਖਿਆ ਆਪਣੇ ਘਰਾਂ ਦੇ ਵਿੱਚ ਬੱਚੀਆਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ। ਕੋਈ ਕੰਮ ਵੀ ਕਹਿਣਾ ਹੈ ਨਾ, ਜ਼ਿਆਦਾਤਰ ਮੁੰਡਿਆਂ ਨੂੰ ਕਿਹਾ ਜਾਂਦਾ ਜਾਂ ਭੱਜ ਕੇ ਕਰਿਆ। ਪੇਕੇ ਘਰ ਵਿੱਚ ਬੱਚੀਆਂ ਨੂੰ ਬਹੁਤ ਲਾਡ ਕੀਤਾ ਜਾਂਦਾ ਹੈ। ਮੈਂ ਇੱਥੋਂ ਤੱਕ ਵੇਖਿਆ ਹੈ ਵੀ 10,000 ਦਾ ਮਾਂ ਦਾ ਸੂਟ ਪ੍ਰੈਸ ਕਰਨ ਲੱਗੀ, ਧੀ ਕੋਲੋਂ ਸੜ ਗਿਆ ਤੇ ਮਾਂ ਅੱਗ ਬਬੂਲੀ ਹੋ ਗਈ। ਪਿਓ ਕਹਿਣ ਲੱਗਾ, ਖਬਰਦਾਰ ਮੇਰੀ ਧੀ ਨੂੰ ਕੁਛ ਆਖਿਆ ਤੇ ਤੈਨੂੰ ਸੂਟ 5 ਬਣਾ ਦਿਆਂਗਾ, ਮੇਰੀ ਧੀ ਨੂੰ ਨਾ ਕੁਛ ਕਹੀਂ। ਕੀ ਹੋ ਗਿਆ? ਸੂਟ ਸੜ ਗਿਆ, ਮੈਂ ਹੋਰ ਲੈ ਦਿਆਂਗਾ, ਮੇਰੀ ਧੀ ਨੂੰ ਨਾ ਝਿੜਕੀ। ਭਾਈ ਸਾਹਿਬ ਕਹਿੰਦੇ, ਨਹਿਰ, ਤੁਸੀਂ ਦਿੱਲੀ ਤੋਂ ਥੋੜ੍ਹੇ ਪਰਾਂ ਬੁਲੰਦ ਸ਼ਹਿਰ, ਇੱਕ ਛੋਟਾ ਜਿਹਾ ਸ਼ਹਿਰ ਹੈ ਅਨੂਪਗੜ੍ਹ, ਤੁਹਾਡੇ 'ਚੋਂ ਕਿਸੇ ਨੇ ਸੁਣਿਆ ਵੇਖਿਆ ਹੋਵੇਗਾ। ਛੋਟਾ ਜਿਹਾ ਪਰ ਬੜੇ ਕਮਾਲ ਦਾ ਹੈ। ਇਸੇ ਨਗਰ 'ਚ 7ਵੇਂ ਪਾਤਸ਼ਾਹ ਵਿਆਹੇ ਸਨ, ਅਨੂਪਗੜ੍ਹ। ਭੂਗੋਲਕ ਪੱਖੋਂ ਬੜੇ ਕਮਾਲ ਦਾ ਹੈ। ਹੁਣ ਤੇ ਉਹਦੇ 'ਚ ਪਾਣੀ ਬਹੁਤ ਘੱਟ ਆਉਂਦਾ। ਹਿੰਡਨ ਨਦੀ ਦਾ ਕੰਢਾ, ਪੋਲੂਸ਼ਨ ਭਾਵੇਂ ਵੱਧ ਗਿਆ ਪਰ ਉੱਥੋਂ ਤੱਕ ਅਜੇ ਵੀ ਇਹਦੀ ਮਾਰ ਘੱਟ ਹੈ। ਯੂਪੀ 'ਚ ਪੈਂਦਾ ਹੈ ਪਰ ਦਿੱਲੀ ਦੇ ਨਾਲ ਸਟਵਾਂ ਹੋ ਗਿਆ। ਗਾਜ਼ੀਆਬਾਦ, ਥੋੜ੍ਹਾ ਜਿਹਾ ਅੱਗੇ ਨੂੰ ਚਲੇ ਜੋ, ਇਹੀ ਬੈਲਟ, ਮਥੁਰਾ ਇਤਿਆਦਿਕ, ਬ੍ਰਿੰਦਾਬਨ। ਕੋਈ ਵਿਆਹੀ ਹੋਈ ਕੁੜੀ ਤਿਆਰ ਹੋ ਕੇ ਜਾ ਰਹੀ ਹੈ ਨਾ, ਕੋਲ ਬੈਗ ਹੈ, ਪਤਾ ਲੱਗ ਜਾਏ ਵੀ ਜਾ ਰਹੀ ਹੈ ਤੇ ਕੁਛ ਸਿਆਣੀ ਕਹੇਗੀ, ਕਾ ਚੋਰੀ ਨਹਿਰ ਜਾਵੇ ਹੈ ਕਿ ਪੇਕਾ ਕਰ, ਪੇਕੇ ਚੱਲੀ ਹੈ। ਭਾਈ ਸਾਹਿਬ ਕਹਿੰਦੇ, ਨਹਿਰ ਕੁਆਰ ਕੰਨਿਆ ਲਾਡਲੀ ਕੈ ਮਾਨੀਅਤ। ਪੇਕੇ ਘਰ ਲਾਡ ਵੇਖਿਆ ਜਾਂਦਾ। ਸਹੁਰੇ ਘਰ ਤੇ ਹਰ ਵਕਤ ਨਿਗਾਹ ਭਾਲਦੀ ਹੈ ਵੀ ਇਹਦੀ ਕੋਈ ਕਮੀ ਲੱਭੇ, ਤੈਨੂੰ ਆਖੇ ਵੀ ਤੇਰੀ ਨਲਾਇਕ ਮਾਂ ਨੇ ਤੈਨੂੰ ਕੋਈ ਅਕਲ ਨਹੀਂ ਸਿਖਾਈ। ਸਿਆਣੀਆਂ ਨਹੀਂ ਕਹਿੰਦੀਆਂ, ਸਿਆਣੀਆਂ ਬੀਬੀਆਂ ਆਈ ਹੋਈ ਨੂੰਹ ਨੂੰ ਧੀ ਬਣਾ ਲੈਂਦੀਆਂ ਨੇ। ਪਰ ਜਦੋਂ ਅਸੀਂ ਧੀ ਨਾਲ ਹੋਰ ਵਿਹਾਰ ਤੇ ਨੂੰਹ ਨਾਲ ਹੋਰ ਵਿਹਾਰ ਕਰਨੇ ਆ ਨਾ, ਫਿਰ ਹੌਲੀ ਹੌਲੀ ਨੂੰਹ ਦੇ ਮਨ ਵਿੱਚ ਵੀ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਹਾਰਡਲੀ ਇਸ ਤਰ੍ਹਾਂ ਕਰੀਏ ਵੀ ਜਿਵੇਂ ਮਾਂ ਧੀ ਦੇ ਔਗਣ ਛਪਾਉਂਦੀ ਹੈ ਨਾ, ਇਸੇ ਤਰ੍ਹਾਂ ਨੂੰਹ ਦੇ ਵੀ ਛਪਾਏ, ਫਿਰ ਉਹ ਨੂੰਹ ਵੀ ਧੀ ਬਣ ਜਾਏਗੀ। ਪਰ ਥੋੜ੍ਹਾ ਜਿਹਾ ਜਿਹੜਾ ਫਰਕ ਰੱਖ ਲੈਂਦੇ ਆ, ਫਿਰ ਉਹਦੇ ਮਨ 'ਚ ਵੀ ਫਰਕ ਆ ਜਾਂਦਾ ਹੈ। ਖੈਰ, ਨਹਿਰ ਪੇਕਾ ਘਰ, ਨਾਮ ਜਪਣਾ ਜ਼ਰੂਰੀ ਹੈ, ਜੀਵਨ ਮਨੋਰਥ ਸਮਝਣਾ ਜ਼ਰੂਰੀ ਹੈ। ਇਹਨੂੰ ਐਕਸਪਲੇਨ ਕਰਨ ਲਈ ਮੈਂ ਭਾਈ ਸਾਹਿਬ ਦੀ ਰਚਨਾ ਦਾ ਸਹਾਰਾ ਲੈ ਰਿਹਾ। ਆਪ ਜੀ ਦੀ ਅਸੀਸ ਦੀ ਜ਼ਰੂਰਤ ਹੈ। ਲਿਖਿਆ, ਨਹਿਰ ਕੁਆਰ ਕੰਨਿਆ, ਪੇਕੇ ਘਰ ਵਿੱਚ ਕੁਆਰੀ ਲੜਕੀ, ਲਾਡਲੀ ਕੈ ਮਾਨੀਅਤ। ਬੜਾ ਪਿਆਰ ਮਿਲਦਾ ਹੈ, ਬੜਾ ਲਾਡ ਮਿਲਦਾ ਹੈ। ਪਰ ਨਾਲ ਹੀ ਲਿਖਿਆ, ਵਿਆਹੇ ਸਸੁਰਾਲ ਜਾਏ। ਵਿਆਹ ਤੋਂ ਬਾਅਦ ਸਹੁਰੇ ਘਰ ਜਾਂਦੀ ਹੈ, ਗੁਣਨ ਕੈ ਮਾਨੀਏ। ਉੱਥੇ ਗੁਣਾ ਕਰਕੇ ਕਦਰ ਹੁੰਦੀ ਹੈ ਬਈ ਬੜੀ ਸਿਆਣੀ ਨੂੰਹ ਆਈ ਹੈ, ਬਹੁਤ ਹੀ ਪਰਿਵਾਰ ਸਾਰੇ ਦਾ ਸਤਿਕਾਰ ਕਰਦੀ ਹੈ, ਆਦਰ ਕਰਦੀ ਹੈ, ਕੰਮ ਸੰਭਾਲ ਲਿਆ ਹੈ, ਇੱਦਾਂ ਹੈ ਉੱਦਾਂ ਹੈ। ਉੱਥੇ ਗੁਣਾਂ ਦੀ ਕਦਰ ਪੈਂਦੀ ਹੈ। ਲਾਡ ਪੇਕੇ ਘਰ 'ਚ, ਉੱਥੇ ਕੋਈ ਲਾਡ ਨਹੀਂ ਗਾ। ਬਨਜ ਬਿਹਾਰ ਲਗ ਜਾਤ ਹੈ, ਵਿਦੇਸ਼ ਪ੍ਰਾਣੀ ਕਹੀਏ ਸਪੂਤ, ਲਾਭ ਲਬਦ ਕਿਆਨੀ ਹੈ। ਸਾਡੇ ਖਾਸ ਕਰਕੇ ਸਾਡੇ ਭਾਈਚਾਰੇ 'ਚ ਨਾ, ਬਨਜ ਬਿਹਾਰ ਲਗ ਜਾਤ ਹੈ, ਵਿਦੇਸ਼ ਪ੍ਰਾਣੀ, ਇਹ ਆਪਣੇ ਭਾਈਚਾਰੇ 'ਚ ਜ਼ਿਆਦਾ ਹੈ। ਆਪਣੀ ਜਿਹੜੀ ਸਿੱਖ ਕਮਿਊਨਿਟੀ ਹੈ, ਪੰਜਾਬੀ ਭਾਈਚਾਰਾ ਹੈ, ਵਿਦੇਸ਼ਾਂ ਵਿੱਚ ਜਾਣ ਦੀ ਪ੍ਰਵਿਰਤੀ ਬਹੁਤ ਜ਼ਿਆਦਾ ਹੈ। ਮੈਂ ਉਹਨੂੰ ਗਲਤ ਨਹੀਂ ਕਹਿੰਦਾ, ਮੈਂ ਵੈਸੇ ਗੱਲ ਕਰ ਰਿਹਾ। ਤੁਸੀਂ ਵੇਖੋ ਵੀ ਕਦੋਂ, ਕਈ ਸਦੀਆਂ ਪਹਿਲਾਂ ਜਦੋਂ ਮਹਾਰਾਜ ਜ਼ਿਕਰ ਕਰਦੇ ਨੇ, ਛੋੜ ਵਲਾਇਤ ਦੇਸ਼ ਗਏ, ਆਉਂਦਾ ਨਾ ਗੁਰਬਾਣੀ 'ਚ ਇੱਕ ਪੰਕਤੀ, ਛੋੜ ਵਲਾਇਤ ਦੇਸ਼ ਗਏ। ਹੁਣ ਤੁਸੀਂ ਵਲਾਇਤ ਜਿਹਨੂੰ ਮਰਜ਼ੀ ਕਹਿ ਦਿਓ, ਪਰ ਪ੍ਰੋਪਰ ਜਿਹੜਾ ਵਲਾਇਤ ਸ਼ਬਦ ਹੈ ਨਾ, ਉਹ ਯੂਕੇ ਵਾਸਤੇ ਰਿਜ਼ਰਵ ਹੈ। ਉਦੋਂ ਵੀ ਇਹ ਰਿਵਾਜ ਸੀ। ਮੈਂ ਐਸੇ ਲੋਕ ਵੇਖੇ ਨੇ ਵੀ ਤੁਸੀਂ ਕਦੋਂ ਕੁ ਆਏ ਹੋ, ਕਹਿੰਦੇ ਜੀ ਅਸੀਂ ਤਾਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਤੇ ਆਏ ਹਾਂ। ਓਲੀਵਰ ਇੱਕ ਜਗ੍ਹਾ ਹੈ, ਉਹ ਕਹਿਣ ਲੱਗੇ ਜੀ ਬਹੁਤ ਪੁਰਾਣੇ ਆਏ ਹੋਏ ਆ, ਫਾਰਮ ਬਣਾਏ ਹੋਏ ਨੇ, ਸੇਬ, ਅੰਗੂਰ, ਨਾਖਾਂ, ਵਿੱਚ ਕਾਰਖਾਨੇ ਜੂਸ ਕੱਢਣ ਦੇ ਲਾਏ ਹੋਏ, ਖੁੱਲੀਆਂ ਜ਼ਮੀਨਾਂ ਨੇ।
ਉਹ ਬੜਾ ਪੁਰਾਣਾ ਰਿਵਾਜ ਸੀ ਪੰਜਾਬੀਆਂ ਵਿੱਚ, ਪਿਰਤ ਸੀ ਵਲੈਤਾਂ ਵਿੱਚ, ਵਿਦੇਸ਼ਾਂ ਵਿੱਚ ਜਾਣ ਦੀ। ਛੋੜ ਵਿਲਾਇਤ ਦੇਸ਼ ਗਏ, ਬਨਜ ਬਿਹਾਰ ਲਗ ਜਾਤ ਹੈ ਵਿਦੇਸ਼ ਪ੍ਰਾਣੀ। ਹੁਣ ਅਗਲੀ ਗੱਲ ਸਮਝਣ ਵਾਲੀ, ਕਹੀਏ ਸਪੂਤ ਲਾਭ ਲਬਦ ਕਿਆਨੀ ਹੈ। ਹੁਣ ਬਾਪੂ ਤੇ ਭੇਜ ਦਿੱਤਾ, ਕਿਉਂਕਿ ਖਰਚ ਤੇ ਹੁੰਦਾ ਨਾ ਇਹਨਾਂ ਕੰਮਾਂ ਵਿੱਚ ਜੀ। ਤੇ ਸੰਗਤ ਜੀ, ਜੇ ਖਰਚ ਕਰਕੇ ਕੋਈ ਪ੍ਰੋਪਰਟੀ ਵੇਚ ਕੇ ਬਾਪੂ ਨੇ ਇਨਵੈਸਟ ਕਰ ਦਿੱਤੀ ਵੀ ਪੁੱਤਰ ਦੀ ਜ਼ਿੰਦਗੀ ਬਣ ਜਾਏ, ਉਹ ਕਾਮਯਾਬ ਹੋ ਜਾਏ ਤੇ ਉਹਨੂੰ ਭੁੱਲ ਜਾਂਦਾ। ਤੇ ਜੇ ਉਹ ਸਾਰਾ ਕੁਝ ਗਵਾ ਗਵੂ ਕੇ ਤੇ ਵਾਪਸ ਆ ਜਾਏ ਤੇ ਫਿਰ ਉਹਨੂੰ ਸਪੂਤ ਤੇ ਨਹੀਂ ਨਾ ਕਿਹਾ ਜਾਂਦਾ। ਬਨਜ ਬਿਹਾਰ ਲਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਏ ਸਪੂਤ ਲਾਭ ਲਬਦ ਕਹਿ ਆਨੀਐ। ਜੈਸੇ ਤੋ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੁਪੱਟ ਬਖਾਨੀ ਹੈ। ਆਮ ਤੌਰ ਤੇ ਸੂਰਮੇ ਉਸੇ ਨੂੰ ਜ਼ਿਆਦਾ ਮਾਣ ਮਿਲਦਾ ਸੰਗਤ ਜੀ ਜਿਹੜਾ ਮੈਦਾਨੇ ਜੰਗ 'ਚ ਜਿੱਤ ਕੇ ਵਾਪਸ ਆਉਂਦਾ। ਵੈਸੇ ਤੇ ਉੱਥੇ ਇੱਕ ਨੇ ਜਿੱਤਣਾ ਤੇ ਇੱਕ ਨੇ ਹਾਰਨਾ ਹੁੰਦਾ, ਪਰ ਆਮ ਤੌਰ ਤੇ ਮਾਣ ਤੇ ਉਸੇ ਨੂੰ ਮਿਲਦਾ ਨਾ। ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੁਪੱਟ ਸੂਰਮਾ ਬਖਾਨੀ ਹੈ। ਅਖੀਰ 'ਚ ਕਹਿੰਦੇ ਨੇ ਮਾਨਸ ਜਨਮ ਪਾਏ ਚਰਨ ਸ਼ਰਨ ਗੁਰ। ਮਨੁੱਖਾ ਜਨਮ ਪ੍ਰਾਪਤ ਹੋ ਗਿਆ, ਹੁਣ ਕੀ ਕਰ, ਚਰਨ ਸ਼ਰਨ ਗੁਰ, ਗੁਰੂ ਦੀ ਚਰਨ ਸ਼ਰਨ ਵਿੱਚ ਜ਼ਰੂਰ ਆ। ਇੱਕ ਗੱਲ। ਦੂਜੀ ਗੱਲ, ਸਾਧ ਸੰਗਤ ਮਿਲ, ਸੰਗਤ ਵਿੱਚ ਜ਼ਰੂਰ ਮਿਲ। ਗੁਰਦੁਆਰ ਪਹਿਚਾਨੀ ਹੈ, ਫਿਰ ਤੈਨੂੰ ਦੁਆਰ ਲੱਭੇਗਾ। ਸੰਗਤ ਜੀ, ਜੇ ਗੁਰਦੁਆਰੇ ਅੰਦਰ ਆਏ ਆ ਤੇ ਦਰਵਾਜ਼ੇ ਵਾਲੇ ਪਾਸੇ ਆਏ ਆ ਨਾ, ਅੰਦਰ ਐਂਟਰ ਹੋਣ ਲਈ, ਤੇ ਜੇ ਕਿਸੇ ਘਰ ਦਾ ਦਰਵਾਜ਼ਾ ਹੀ ਨਾ ਲੱਭੇ ਅੰਦਰ ਕਿਵੇਂ ਵੜੋਗੇ। ਜੇ ਤੂੰ ਮਨੁੱਖਾ ਜਨਮ ਪ੍ਰਾਪਤ ਕਰਕੇ ਮਾਨਸ ਜਨਮ ਪਾਏ, ਪਹਿਲੀ ਗੱਲ ਚਰਨ ਸ਼ਰਨ ਗੁਰ ਆਵੇਂ, ਫਿਰ ਸਾਧ ਸੰਗਤ ਜੁੜੇ, ਅਸਲ ਵਿੱਚ ਉਦੋਂ ਬਾਅਦ ਤੈਨੂੰ ਗੁਰੂ ਦਾ ਦਰਵਾਜ਼ਾ ਦਿਸੇਗਾ। ਅਗਲੀ ਪ੍ਰੋਸੈਸਿੰਗ ਤੈਨੂੰ ਬਾਅਦ 'ਚ ਕਰਨੀ ਪੈਣੀ ਹੈ। ਪਹਿਲਾਂ ਤੇ ਤੂੰ ਇਹ ਪੁੱਛ ਬਈ ਦਵਾਰ ਕਿਵੇਂ ਦਿਸੇਗਾ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਓ ਅਪਾਰ, ਅੱਖ ਹੈ ਮੰਗਹਿ ਦੇਹ ਦੇ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀ ਹੈ। ਜਦੋਂ ਅਸੀਂ ਕਿਸੇ ਨੂੰ ਮਿਲਨੇ ਆ ਨਾ, ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਤੇ ਅਸੀਂ ਉਹਦੇ ਨਾਲ ਬੋਲ ਕੀ ਰਹੇ ਹਾਂ, ਕਿਉਂਕਿ ਕਈ ਵਾਰ ਵਧੀਆ ਨਾ ਬੋਲਣ ਕਰਕੇ ਵੀ ਪ੍ਰੀਤ ਟੁੱਟ ਜਾਂਦੀ ਹੈ ਨਾ। ਟੂਟ ਪ੍ਰੀਤ ਗਈ, ਟੂਟ ਪ੍ਰੀਤ ਗਈ, ਕਿਵੇਂ ਟੁੱਟ ਗਈ, ਬੁਰਾ ਬੋਲਣ ਕਰਕੇ, ਹੰਕਾਰ ਦੇ ਬਚਨ। ਔਰ ਉਹੀ ਬੋਲ ਨੇ ਜਿਹੜੇ ਸੰਬੰਧ ਬਣਾ ਦਿੰਦੇ ਨੇ। ਤੋ ਦੋ ਗੱਲਾਂ ਵੀ ਅੱਗੇ ਕੀ ਰੱਖੀਏ ਤੇ ਬੋਲੀਏ ਕੀ। ਮਹਾਰਾਜ ਕਹਿੰਦੇ ਨੇ ਅੱਗੇ ਰੱਖਣਾ ਹੈ ਅੰਮ੍ਰਿਤ ਵੇਲਾ, ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ। ਮਹਾਰਾਜ ਕਹਿ ਲਗੇ ਅੰਮ੍ਰਿਤ ਵੇਲਾ ਸੱਚ ਨਾਉ, ਬੋਲਣਾ ਕੀ ਹੈ, ਵਡਿਆਈ ਵਿਚਾਰ, ਵਡਿਆਈ ਕਰਨੀ ਹੈ। ਅੰਮ੍ਰਿਤ ਵੇਲਾ ਭੇਟਾ ਵਜੋਂ ਰੱਖ ਦੇਣਾ, ਬਾਕੀ ਤੂੰ ਕੀ ਰੱਖੇਂਗਾ, ਤੇਰਾ ਦੀਆ ਤੁਝੇ ਕਿਆ ਅਰਪੋ। ਰੱਖਣਾ ਹੀ ਹੈ ਤੇ ਅੰਮ੍ਰਿਤ ਵੇਲਾ ਉਹਦੇ ਅੱਗੇ ਰੱਖ। ਅੱਜ ਤੋਂ ਮੈਂ ਅੰਮ੍ਰਿਤ ਵੇਲੇ ਸੌਣਾ ਹਰਾਮ, ਨਹੀਂ ਸੌਣਾ, ਅੰਮ੍ਰਿਤ ਵੇਲੇ ਜਾਗਣਾ, ਇਹ ਭੇਟਾ। ਤੇ ਮੂੰਹ ਤੋਂ ਉਹਦੀ ਸਿਫਤ ਸਲਾਹ ਕਰਨੀ ਹੈ, ਵਾਹਿਗੁਰੂ 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 ਵਾਹਿਗੁਰੂ, ਇਹ ਵਡਿਆਈ ਹੈ। ਸੋ ਪ੍ਰੇਰਨਾ ਕਰ ਰਹੇ ਨੇ ਵੀ ਉਸ ਮੁਕਤੀ ਦਾਤੇ ਨੂੰ ਲੋਕੋ ਜ਼ਰੂਰ ਸਿਮਰੋ। ਹੁਣ ਆਓ ਰਹਾਉ ਵਾਲੀਆਂ ਪੰਕਤੀਆਂ ਨੂੰ ਥੋੜਾ ਵਿਚਾਰ ਲਈਏ। ਜੀਵਤ ਮੁਕੰਦੇ ਮਰਤ ਮੁਕੰਦੇ, ਤਾਂ ਕਿ ਸੇਵਕ ਕੋ ਸਦਾ ਆਨੰਦੇ। ਜਿਹੜਾ ਉਹਦਾ ਸੇਵਕ ਜੀਂਦੇ ਜੀ ਵੀ ਜਪਦਾ ਤੇ ਅੰਤ ਸਮੇਂ ਵੀ ਜਪਦਾ, ਉਹਦੇ ਜੀਵਨ ਵਿੱਚ ਆਨੰਦ ਬਣਿਆ ਰਹਿੰਦਾ। ਜੇਕਰ ਸਹਿਬ ਮਨੋ ਨਾ ਵਿਸਰੈ, ਤਾਂ ਸਹਿਲਾ
मरना होए, यही तरीका है। भाव हर वक्त मुसीबत विच भी, अंत वेले भी। एक शब्द इसे भाव का ना पंजवें पातशाह का भी है, जीवत मुकंदे मरत मुकंदे। उत्थे लिखिया जीवत साहिब सेवियो अपना, चलते राख्यो चीत। इत्थे कहते हैं जीवत मुकंदे मरत मुकंदे। पूरा शब्द इस तरह है, मान मोह और लोभ विकारा, पंजवें पातशाह का शब्द, मान मोह और लोभ विकारा बीओ चीत ना कालियो। जिहड़ा तेरा सेवक है ना, वो अपने मन विच ना मान आउण दिंदा है, ना मोह आउण दिंदा है, ना ही होर वकार आउण दिंदा है। ये सेवक की निशानी है। आत्म मंथन करना, अपने अंदर ना लड़ना, घुलना। मेरे अंदर किस तरह के फुरने आ रहे हैं, चंगे किहड़े आ रहे हैं, मंदियां नूं किवें रोकना है, मूंद लीए दरवाजे, उन्हां वल्लों दरवाजे बंद कर लेने ने, तां आखांगे ना बाजी वाले अनहद बाजे। मान मोह और लोभ विकारा बीओ चीत ना कालियो, नाम रतन गुणा हर वणजे, लाद वखर लै चालियो। नाम रतन, नाम रूपी रतन, गुणा हर वणजे, हरी दे गुण वणज कीते, वपार कीते। जिवें हजूर गुरु नानक साहब कहते ने, वणज करो वणजारियो, वखर लै हो संभाल, तैसी वस्त वसाई है जैसी निभ है नाल, अगे शाह सुजान है लैसी वस्त संभाल। फिर कहते ने भाई रे राम कहो चित लाए, हर जस वखर लै चलो, शौह देखै पति आए। एक बारी कृपा करो, तुसी भी आखो, तुसी भी रसना पवित्र करो ते आखो, हर जस वखर लै चलो, हर जस वखर लै चलो। हर जस वखर लै चलो, हर जस वखर लै चलो। शौ देखै पति आए, शौ देखै पति आए, वणज करो वणजारियो, वणज करो वणजारियो। वणज करो वणजारियो, वणज करो वणजारियो। किन्हीं बनजिया कांसी तांबा, किन्हीं लौंग सुपारी, संता बनजिया नाम गोबिंद का, ऐसी खेप हमारी, हर के नाम के व्यापारी, हीरा हाथ चढ़िया निर्मोलक, छूट गई संसारी। मान मोह और लोभ विकारा बीओ चीत ना कालियो, नाम रतन गुणा हर बनजे, लाद वखर लै चालियो। सेवक की ओढ़क निभही प्रीत, जीवत साहिब सेवियो अपना, चलते राखियो चीत। तती तवी ते बैठ के भी आख्या, तेरा किया मीठा लागै, हर नाम पदार्थ नानक मांगै। चलते राखियो चीत। सुनो अगे, जैसी आज्ञा कीनी ठाकुर, तिस ते मुख नहीं मोरियो। आज्ञा, हुक्म, रजा, भाणा, फुरमान, ये इको अर्थां विच शब्द ने। फिर रिपीट करते हैं, आज्ञा, हुक्म, रजा, भाणा ते फुरमान। जिवें फुरमान तेरा सिरे उपर, पर जो हुक्म मनण की गल आउंदी है ना, उत्थे भी असीं थोड़ी जी अंदर कैलकुलेशन जी कर लें। तुसीं वो कथा सुनी है ना, भी कोई मेरे वर्गा नकारा सी तो कहने लगा भी बड़ा जिम्मेवारियां बड़ियां ने, भी चलो किसी डेरे ते चलने, किसी साधु कोल चलने। साडे लाणे च भी ज़्यादातर मेरे वर्गे इस तरह के लोग ही आए हैं।
ये भी मैं बेनती कर दिया। अज काम करने वाला बंदा जिहड़ा ना 8 घंटे 10 घंटे हड्ड तत्ते कर लेना, रिजक पिछे पिछे फिरदा। इत्थे थोड़ा जिहा सौख हुंदी है, पखे चल रहे ने, एसी लगे ने, बहना खलोना है, बस इदां ही। तो मैनूं खिमा करना, मैं माफ़ी मांग के अर्ज करा। अदरवाइज़ तुसीं आ चले जाओ लेबर चौंक च, गड्डी खिलार के कहो चलना है बाबू जी 600 रुपया लगेगा, पर काम करना पैंदा उत्थे। 600 रुपया मिल जाता है। जदों मूँहों कवे चाह लियाओ, उस वेले चाह लो जी, चाह पीओ पहला। रिजक की कोई कमी नहीं, असीं गप्पां मारने आ, काम करना पैंदा है। काम करके कोई राजी नहीं। वो मेरे वर्गा नकारा सी, उन्हें कहा चलो धार्मिक दुनिया में चलने आ, चला गया। उन्हें 1-2 दिन लंगर पानी छकाया। वो कहने लगा बेटा इस तरह है, लंगर पानी बनाना होंदा, बालन की लोड़ है, तू ना इत्थों जंगल चो जाके लकड़ां ले आ। आखन लगा बाबा जी लकड़ां तो मैं जरूर ले आवां, पर हुण तुसीं वेखो मेरा तो तुहाडे नाल इन्ना प्यार है भी मैं तो 1 मिनट भी तुहानूं अखां तो दूर नहीं कर सकदा। तो ये काम किवें होवेगा भी अपना तो विछोड़ा पै जाएगा। नहीं मैं नहीं लकड़ां लैण जाना, क्योंकि मैं तुहाडे तो दूर हो जाऊंगा। उन्हें आख्या भी शायद सच्ची मुच्ची प्यार करता होगा। इन्नी देर नूं बरसात होने लग पई, तो वह आखन लगा बेटा कोठा चोरिया, उत्ते चढ़ के जरा मिट्टी पा दे। आखन लगा बाबा जी मिट्टी तो मैं पा दिया, जो मैं कोठे ते मिट्टी पान चढ़ांगा मैं हो जाऊंगा उत्ते, ते तुसीं थल्लों मिट्टी फड़ाओगे ना। आखे हाँ। वो कह लगे तुसीं थले तो तुहाडा अपमान हो जाएगा, मैं तो तुहाडा अपमान कर नहीं सकदा ना, तुसीं उत्ते चढ़ो, तुसीं सत्कारयोग हो। वो कह लगा भी बंदा बड़ा शातर है। इन्ने चिर नूं कोई बीबी खीर बना के लै आई। तो मैं बेटा खीर खा लिया। आखन लगा बाबा जी मैं पहले ही बड़ा शर्मिंदा वा, 2 हुक्म तुहाडे मैं मन्ने नहीं आ, 3जा हुक्म नहीं मैं मोड़ना। सारी गड़ुप गया। हुक्म भी असीं अपने मन अपनी मर्जी नाल ही मनने, खीर खाण वाला मनने आ, कोठे ते मिट्टी पाण वाला नहीं मनदे, जंगल चों लकड़ां लियाउण वाला भी कोई नहीं मनदे। हुक्म मनन लग्या भी अंदर कैलकुलेशन जी कर लेने, चलाकी वरत लेने। ये महाराज का हुक्म है जी, मैं तां कर रहा जी। वो महाराज का हुक्म जरूर है, तेरा भी स्वार्थ जरूर होगा। हुक्म होर भी बड़े ने जिहड़े तू नहीं मनदा। जैसी आग्या कीनी ठाकुर तिसते मुख नहीं मोरियो, सहज आनंद रखियो ग्रह पीतर उठ उआहू को दौड़ियो। जैसी आग्या कीनी, हरक शोक दुख सुख मान अपमान जिवें दी मर्जी, इको ही गल 7 वचन। अज साडी कौम चों 7 वचन शब्द खंभ ला के उठ गए। लॉजिक बड़ा है, अगों लॉजिक देना है, एक्सप्लेन करना है, एक्सप्लेनेशन भी हो जाती है कई बार, पर नहीं मित्रा एक्सप्लेनेशन नहीं, 7 वचन। तुसीं सुनिया ना भी कोई बच्चा बहुत पढ़ाई करके आया सी, मापिਆਂ ने बड़ा खर्च किया सी, और चाह हुंदा ना फिर असीं गृहस्थी फिर दूजिਆਂ ਨੂੰ दस के शेयर करके थोड़ी खुशी महसूस करने। लोगों को दसिया बड़ी पढ़ाई करके आया, कहने लगे जी ठीक है। शाम ਨੂੰ डाइनिंग टेबल ते बैठे तो बापू कहन लगा बेटा भी जिहड़ी तेरी पढ़ाई है कि वो किस टॉपिक ते सानू भी तो कोई दस। वो कहन लगा बापू तू अनपढ़ है, तेनों की दसा। वो कहन लगा बेटा फिर भी, आखन लगा डैडी भी आज 4 सेब पे ने ना डाइनिंग टेबल ते, कुदरती 4 सेब पे सन। वो कहन लगा बिल्कुल पे ने। आखन लगा मैं इन्हों 5 साबित कर देंगा, और उन्हें एक्सप्लेन करना शुरू किया। वाकई उन्हें साबित कर दिता भी ये 4 नहीं सगों 5 ने। प्रशादा छकिया, हुण सेब खाने सन। उहदा एक होर बेटा भी सी, एक बेटी भी सी, 2 जने आप सन। उन्होंने चौहां ने एक सेब लै लिया। आखे डैडी मेरा। वो कहने लगा बेटा जिहड़ा तू सिद्ध किया तू वो खा लै। सिद्ध करना होर गल है, कोई काम किया है तो उन्होंने सिद्ध कर देना जां अगों लॉजिक दे देना होर गल है, और 7 वचन कह के वो काम च लग जाना ये बिल्कुल होर गल है। ये साडी कौम चों खत्म हो गया है। तो गुरु कृपा करे असीं 7 वचन कहना फिर सीख लईए। हन्ने हन्ने सरदारी, कला कला बंदा जज बन के बैठा है। कौन कटहरे विच खड़ा होवेगा, सामने कौन खड़ा है जजमेंट सुन लई? कोई भी नहीं, सारे जजमेंट देण वाले ने। नहीं भाई जदों एक नूं मुखी बना लिया फिर वो जो कवे उहदा हुक्म। सारियां कूंजां आकाश विच उड्डण लगियां, किसी सीनियर कूंज नूं अपना मुखी थाप दिंदियां ने, फिर आकाश विच कोई झगड़ा नहीं, उहदे पिछे पिछे तुरदियां ने।
हिरन एक अगे तुरदा, बाकी हिरन उहदे पिछे तुरदे ने। भाई साहब ने 3 उदाहरणां दित्तियां ने, गुरदास जी ने अपने कवितां विच। सूई जिहड़ी है मैनूं मना कर रही है भी इधर ना जा, इस वास्ते मैं उधर ना जावां। आग्या मैं भूख सोई कर सूखा, शोक हरख नहीं जानियो, जो जो हुक्म भयो साहिब का सो माथे लै मानियो। जो भी ਉਹਦਾ हुक्म होया ਉਹਨੂੰ खिड़े मत्थे प्रवान कर लिया। भयो कृपाल ठाकुर सेवक को सवरे हलत पलाता। भयो कृपाल ठाकुर सेवक को, ठाकुर सेवक ते कृपाल हो गया। सवरे हलत पलाता, आग्या मनन करके हलत पलत दोवें सौर गए। धन सेवक सफल ओ आया, जिन नानक खसम पछाता। इत्थे कहंदे ने जीवत मुकंदे मरत मुकंदे, उथे कहंदे ने जीवत साहिब सेवियो, अपना चलते राखियो चीत। ताकि सेवक को सदा आनंदे, जिहड़ा नाम जपदा रहिंदा है उहनूं हर वेले अंदर खेड़ा बनिया रहिंदा है, आनंद बनिया रहिंदा। वो फिर कहंदा जो नर दुख में दुख नहीं मानै, सुख स्नेह अर भै नहीं जाके, कंचन माटी मानै, न निंदिया न उस्तत जाके, लोभ मोह अभिमाना, हरख शोक ते रह न्यारा, नाहे मान अपमाना। आसा मनसा सगल त्यागै, जग ते रह निरासा, और काम क्रोध जे परसै नाहिन, ते घट गुर किरपा जे नर को कीनी। ते ए जुगत पछानी, हुण नानक लीन भयो, गोबिंद स्यों ज्यों पानी। मुकंद मुकंद हमारे प्राणंग, जप मुकंद मस्तक निशानंग। ये जिहड़ा मुक्ति दाता प्रभु है मेरी जिंद का आसरा बन गया। और जप मुकंद मस्तक निशान, ये जिहड़ा मुक्ति दाता प्रभु है ये मेरे भाग बन गया, मेरी किस्मत बन गया। मानो मेरे भाग जाग गए ने। मस्तक निशान सेव मुकंद करे बैरागी, सिमरन नाल वैरागमई हो जाइदा है। और सोई मुकंद दुर्बल धन लादी, वो मुक्ति दाता ही मैनू निरधन नूं मानो मेरा वो नाम बन गया। भगत रविदास जी कहते हैं इनू थोड़ा जिहा ध्यान रखना, जिहड़ा लल्ले कन्ना धद्दे नूं बिहारी है ना, कोशिश करनी है इनू लादी कहना है, लादी नहीं कहना। लादी, लादी मैंने लद्दा है, लद्दा है मैंने लभ गया है। उचारण वेले थोड़ा जिहा ध्यान देना है। एक मुकंद करे उपकार, जे एक वैगुरु मेरे ते कृपा कर दे ना, हमरा कहा करे संसार, फिर मैनू संसार की कोई परवाह नहीं। जे परमात्मा तू मेरे वल हो जाए ना, तू कृपा कर दे, तो फिर कहते ना प्यार वाले, जां तू मेरे वल है। प्यार वाले इदां भी कहते ने, मेरा रुस्से ना कलगियां वाला, ते जग भावें सारा रुस जाए। एक मुकंद करे उपकार, हमरा कहा करे संसार, मेटी जात हुए दरबार, तू ही मुकंद जोग जुगता। तेरी सिमरन की बरकत नाल मेरी हुण जात भी मिट गई, ते तू ही मुकंद, तू ही मुक्ति दाता है। जोग जुग दो जुग, भाव जुगां जुगां विच जिहड़ा जीव नूं तारना है। अंतला पदा उपजो ज्ञान हुआ प्रगास, अंदर ज्ञान प्रगट होया। देखो भाई ज्ञान की आई आंधी वाली अवस्था बन गई। उपजो ज्ञान हुआ प्रगास, कर कृपा लीने कीट दास। उन्हें अपने बना लिया नीच जिहड़े कीट सां असीं, हम कीरे किरम सतगुर सरनाई, कर दया नाम प्रगास वाली अवस्था बन गई। कौ रविदास अब तृष्णा चूकी, जप मुकंद सेवा ताहू की। बाबा जी कहते ने सिमरन की बरकत नाल मेरी तृष्णा भी मुक गई है। तृष्णा बुझै हर कै नाम, होर कोई तरीका नहीं। असीं किवें बुझाने आ, जिवें अग बाल के लकड़ां दे विच होर लकड़ां पाने आ, इनू तृप्त करना, इनू थका देना, अग नू अका देना। ते सियाणा कहंदा मित्रा अग ने लकड़ां नाल नहीं बुझना, अग ने पानी नाल बुझना। हजूर कहंदे ने मन जो कहंदा तू प्रोवाइड करी जाना, इन्हें इस तरह नहीं रजना। इन्हें रजना है जदों मन लोचै बुराइयां, गुर शब्दी ए मन। जदों मन विच बुरा विचार आवे, कोई गुरबाणी की ढुगती पंक्ति का दाड़ करके इहदे मूँह दे उत्ते तू थप्पड़ मार, इनू कहे मूर्खा गुरबाणी इदां कहंदी, तू की सोच रहा, ये हट जाएगा।
जो कहता प्रोवाइड करी जाएगा फिर ये बिल्कुल नहीं हटेगा। सिमरन नाल तृष्णा मुकदी है, तृष्णा बूझे हर कै नाम, महा संतोख होवे गुर बचनी, प्रभ स्यों लागै पूरन ध्यान। जप मुकंद सेवा ताहूं की। सो इस वास्ते भाई वो जिहड़ा परमात्मा है उसे दा मैं हुण प्रभु का सिमरन करना, नित प्रभु की भगती करना वा। समुचे शब्द का केंद्री भाव है